खिमा विहूणे खप गए खूहन लख असंख गणत न आवे क्यों गणी खप खप मुए बिसंख। निसंख ਖਿਮਾ ਵੀ ਹੋਣੇ ਜਿਨ੍ਹਾਂ ਨੇ ਤਿਆਗ ਨਹੀਂ ਕੀਤਾ ਵਿਕਾਰਾਂ ਦਾ, ਜਿਨ੍ਹਾਂ ਨੇ ਤਿਆਗ ਨਹੀਂ ਕੀਤਾ ਮਾਇਆ ਦਾ, ਉਹ ਖਿਮਾ ਵੀ ਹੋਣੇ ਸੀ। ਖਿਮਾ ਦਾ ਅਰਥ ਹੁੰਦਾ ਤਿਆਗ, ਸੰਸਾਰ ਦਾ ਤਿਆਗ। ਸੰਸਾਰ ਦੇ ਵਿੱਚ ਮਾਇਆ, ਸੰਸਾਰ 'ਚ ਵਿਕਾਰ ਨੇ। ਇਹਨਾਂ ਦਾ ਤਿਆਗ ਨਹੀਂ ਕੀਤਾ ਤਾਂ ਖਪ ਗਏ ਮਾਇਆ ਦੇ ਵਿੱਚ, ਖਪ ਕੇ ਮਾਇਆ ਦੇ ਵਿੱਚ ਮਰ ਗਏ। ਇੱਥੇ ਮਾਇਆ ਨਾਲ ਜੁੜੇ ਹੋਏ ਮਰ ਜਾਂਦੇ ਨੇ। ਮਰਨ ਵੇਲੇ ਧਿਆਨ ਉਹਨਾਂ ਦਾ ਮਾਇਆ 'ਚ ਹੁੰਦਾ ਹੈ, ਕਿਸੇ ਦਾ ਘਰ 'ਚ ਹੁੰਦਾ ਹੈ। ਅੰਤ ਕਾਲ ਜੇ ਮੰਦਰ ਸਿਮਰੈ, ਅੰਤ ਕਾਲ ਜੇ ਲੜਕੇ ਸਿਮਰੈ, ਅੰਤ ਕਾਲ ਜੇ ਲక్ష్ਮੀ ਸਿਮਰੈ। ਉਹਦਾ ਧਿਆਨ ਮਾਇਆ 'ਚ ਹੈ, ਮਾਇਆ ਦੇ ਵਿੱਚ ਹੀ ਰਹਿ ਜਾਂਦੇ ਨੇ। ਖਪ ਕੇ ਇੱਥੇ ਖਪਦੇ ਰਹਿੰਦੇ ਨੇ, ਇੱਥੇ ਹੀ ਜੰਮਦੇ ਮਰਦੇ ਰਹਿੰਦੇ ਨੇ। ਖੂਹਣ ਕਿੰਨੇ ਕੋਈ ਖੋੜ ਕਛੂੜੀ ਨੂੰ ਕਹਿੰਦੇ ਨੇ, ਜਿਹੜੀਆਂ ਖੋੜੀਆਂ ਕਹਿੰਦੇ 18 ਖੋੜੀਆਂ ਬੰਦੇ ਮਰ ਗਏ। ਕਛੂੜੀ ਇੱਕ ਗਿਣਤੀ ਦਾ ਨਾਮ, ਗਿਣਤੀ ਨਹੀਂ ਦੱਸੀ ਹੋਈ ਕਿੰਨੀ ਹੈ। ਬਸ ਬੇਅੰਤ ਜਿੱਥੇ ਹੋਵੇ ਬੰਦਾ ਉਹਨੂੰ ਖੂੜੀ ਕਹਿ ਦਿੰਦੇ। ਅਸੰਖਾਂ ਖੂੜੀਆਂ ਮਰ ਗਈਆਂ ਇੱਥੇ। ਅਸੰਖਾਂ ਜੀਵ ਆਦਮੀ ਜੰਮਦੇ ਨੇ, ਮਰਦੇ ਰਹਿੰਦੇ ਨੇ। ਕੋਈ ਬਿਰਲਾ ਕਦੇ ਇੱਥੋਂ ਛੁਟਕਾਰੇ ਦੀ ਗੱਲ, ਛੁਟਕਾਰਾ ਪ੍ਰਾਪਤ ਕਰਦਾ ਹੈ। ਕੋਈ ਬਿਰਲਾ ਭਗਤ ਕਦੇ 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 ਜ਼ਿਆਦਾ ਵੀ ਹੋ ਜਾਂਦੇ ਨੇ ਇਕੱਠੇ। ਜਦੋਂ ਗੁਰਮਤਿ ਪੈਦਾ ਹੁੰਦੀ ਹੈ, ਜਦੋਂ ਕਾਫੀ ਜਣੇ ਜਿਹੜੇ ਨੇੜੇ ਹੁੰਦੇ ਨੇ ਉਹ ਨਿਕਲ ਜਾਂਦੇ ਨੇ, ਉਹਦੇ ਬਾਅਦ ਫਿਰ ਕੰਮ ਦਿਮਾਗ ਰਹਿ ਜਾਂਦੇ ਨੇ। ਕੰਮ ਦਿਮਾਗਾਂ ਦੇ ਅਕਲ 'ਚ ਗੱਲ ਆਉਂਦੀ ਨਹੀਂ। ਉਹਦੇ ਅਰਥ ਉਰਥ ਬਦਲਾ ਲੈਂਦੇ ਨੇ, ਪਲਟ ਲੈਂਦੇ ਨੇ, ਉਲਝ ਜਾਂਦੇ ਨੇ। ਕਾਫੀ ਦੇਰ ਬਾਅਦ ਫਿਰ ਕੋਈ ਬੰਦਾ ਸੁਲਝ ਜਾਂਦਾ, ਕੋਈ ਖੋਜ ਨਾਲ। ਇਹ ਗਿਆਨ ਦੀ ਖੋਜ ਕਰਨੀ ਪੈਂਦੀ, ਸਮਝ ਕੇ ਬੁੱਝਣਾ ਪੈਂਦਾ ਜੋ ਕੁਛ ਕਿਹਾ। ਕੁਛ ਗੱਲ ਸਮਝਣ ਵਾਲੀ ਹੈ, ਕੁਛ ਗੱਲ ਬੁੱਝਣ ਵਾਲੀ ਹੈ। ਬੁੱਝਣ ਵਾਲੀ ਉਹ ਗੱਲ ਹੁੰਦੀ ਹੈ ਜਿਹੜੀ ਸਾਡੇ ਗਿਆਨ ਇੰਦਰੀਆਂ ਤੇ ਪਰੇ ਹੈ। ਜੋਤ ਸਾਡੇ ਗਿਆਨ ਇੰਦਰੀਆਂ ਤੇ ਪਰੇ। ਅੱਖ ਨਾਲ ਦੀਦੀ ਨਹੀਂ, ਅਸੀਂ ਮਹਿਸੂਸ ਨਹੀਂ ਕਰ ਸਕਦੇ। ਰੜਕਦੀ ਨਹੀਂ ਕਿਤੇ ਜੋਤ, ਰੜਕਦੀ। ਸਪਰਸ਼ ਟੱਚ ਨਹੀਂ ਕਰ ਸਕਦੇ, ਕਿਤੇ ਬੰਦ ਨਹੀਂ ਕਰ ਸਕਦੇ। ਕੋਈ ਇਹਦੀ ਸਮੈਲ ਨਹੀਂ ਹੈ ਜੋਤ ਦੀ। ਤੇ ਟੇਸਟ ਜੀਭ ਲਾ ਕੇ ਨਹੀਂ ਕਰ ਸਕਦੇ। ਇਸ ਕਰਕੇ ਗਿਆਨ ਇੰਦਰੀ ਸਾਡੇ ਕੋਲ 5 ਨੇ। ਬੋਡੀ ਤੋਂ ਤਾਂ ਪਤਾ ਲੱਗਦਾ ਮਰ ਗਿਆ, ਬੋਡੀ ਦਾ ਟੈਸਟ ਹੈ ਸਾਡੇ ਕੋਲ, ਜੋਤ ਦਾ ਕੋਈ ਟੈਸਟ ਨਹੀਂ। ਕਈ ਵਾਰ ਡਾਕਟਰ ਡਿਕਲੇਅਰ ਕਰ ਦਿੰਦੇ ਨੇ ਮਰ ਗਿਆ, ਬੰਦਾ ਜਿਉਂਦਾ ਹੋ ਜਾਂਦਾ। ਡਾਕਟਰ ਬੋਡੀ ਨੂੰ ਦੇਖ ਕੇ ਟੈਸਟ ਡਿਕਲੇਅਰ ਕਰ ਦਿੰਦੇ ਨੇ ਮਰ ਗਿਆ, ਉਹ ਫਿਰ ਜਿਉਂਦਾ ਹੋ ਜਾਂਦਾ। ਇਹਦਾ ਨਾਲ ਜੋਤ ਦਾ ਕੋਈ ਸਾਡੇ ਕੋਲ ਸਾਧਨ ਨਹੀਂ ਜੋਤ ਨੂੰ ਪਕੜਨ ਦਾ। ਜੋਤ ਦਾ ਗਿਆਨ ਲਿਖਿਆ ਹੋਇਆ, ਸਮਝ ਤਾਂ ਨਹੀਂ ਆਉਂਦਾ, ਖੋਜਣਾ ਪੈਂਦਾ। ਐਸੀ ਕੋਈ ਚੀਜ਼ ਸੰਸਾਰ 'ਚ ਹੈ ਨਹੀਂ ਜਿਹੋ ਜਿਹੀ ਜੋਤ ਹੈ। ਇਸ ਕਰਕੇ ਇਹਦਾ ਸਿੱਧਾ ਕੋਈ ਮਿਸਾਲ, ਪ੍ਰਮਾਣ, ਉਦਾਹਰਨ ਸਿੱਧੀ ਨਹੀਂ ਦਿੱਤੀ ਜਾ ਸਕਦੀ। ਜਿੰਨੀਆਂ ਉਦਾਹਰਨਾਂ ਨੇ ਅਸਿੱਧੀਆਂ ਨੇ। ਵਲ ਪਾ ਕੇ ਗੱਲ ਕਹੀ ਹੋਈ ਹੈ, ਉਹ ਵਲ ਬੁੱਝਣ ਵਾਲੀ ਚੀਜ਼ ਹੈ। ਖਿਮਾ ਵਿਹੂਣੇ ਖਪ ਗਏ ਖੂਹਣ ਲਖ ਅਸੰਖ। ਕਿੰਨੇ ਖਪ ਗਏ? ਅਸੰਖਾਂ ਖੂੜੀਆਂ ਖਪ ਗਈਆਂ। ਖਿਮਾ ਵਿਹੂਣੇ, ਖਿਮਾ ਦੇ ਵਿਹੂਣੇ, ਜਿਨ੍ਹਾਂ ਨੇ ਖਿਮਾ ਨਹੀਂ, ਜਿਨ੍ਹਾਂ ਨੇ ਸੰਸਾਰ ਦਾ ਤਿਆਗ ਨਹੀਂ ਕੀਤਾ, ਜਿਨ੍ਹਾਂ ਦੇ ਅੰਦਰੋਂ ਮਾਇਆ ਦੀ ਭੁੱਖ ਗਈ ਨਹੀਂ, ਜਿਨ੍ਹਾਂ ਦੇ ਅੰਦਰੋਂ ਚੌਧਰ ਦੀ ਭੁੱਖ ਗਈ ਨਹੀਂ, ਜਿਨ੍ਹਾਂ ਨੇ ਸੰਸਾਰ ਦੀ ਵਡਿਆਈ ਨੂੰ ਮਹੱਤਵ ਦਿੱਤਾ ਹੈ, ਜਿਹੜੇ ਸੰਸਾਰ ਦੇ ਰਾਜ ਭਾਗ ਖਾਤਰ ਲੜਦੇ ਰਹੇ, ਸੰਸਾਰ ਦੇ ਰਾਜ ਭਾਗ ਦੀ ਇੱਛਾ ਰਹੀ, ਉਹ ਸਾਰੇ ਖਿਮਾ ਵਿਹੂਣੇ ਤੇ ਖਪਦੇ ਰਹੇ, ਮਰਦੇ ਰਹੇ। ਇਸੇ ਕਰਕੇ ਸਿੱਖਾਂ ਨੂੰ ਕਿਹਾ ਸੀ ਕਿ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ।
ਇਹ ਪਾਠ ਪੜਾਇਆ ਸੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਪੜਿਆ ਕਰ ਰੋਜ਼, ਤੇ ਨਹੀਂ ਤਾਂ ਖੱਪ ਕੇ ਸੰਸਾਰ ਵਾਂਗੂ ਤੂੰ ਵੀ ਮਰ ਜਾਏਗਾ। ਤਪੋ ਰਾਜ ਰਾਜੋ ਨਰਕ ਮਿਲੂਗਾ ਹੀ ਮਿਲੂਗਾ, ਨਰਕ ਜਾਏਗਾ ਹੀ ਜਾਏਗਾ। ਨਰਕ ਜਾਣਾ ਮਨਜ਼ੂਰ ਹੈ, ਪਰ ਖਿਮਾ ਕਰਨੀ ਮਨਜ਼ੂਰ ਨਹੀਂ ਹੈ। ਸੰਸਾਰੀ ਵਡਿਆਈ ਛੱਡਣੀ ਹੁੰਦੀ, ਨਰਕ ਜਾਣਾ ਮਨਜ਼ੂਰ ਹੈ। ਹਾਂਜੀ, ਗਣਤ ਨਾ ਆਵੇ ਕਿਉਂ ਗਣੀ, ਖੱਪ ਖੱਪ ਮੂਏ ਬਿਸੰਖ। ਮੇਰੇ ਤਾਂ ਸਮਝ ਤੇ ਬਾਹਰ ਹੈ ਕਿੰਨੇ ਮਰ ਗਏ, ਮੈਂ ਗਿਣਤੀ ਨਹੀਂ ਕਰ ਸਕਦਾ। ਗਿਣਾ ਕੇ ਮੈਂ ਕਿੰਨੇ ਮਰ ਗਏ। ਸੰਸਾਰ ਦੀ ਆਬਾਦੀ ਤਾਂ ਕਿਤੇ ਹੈ ਹੀ ਨਹੀਂ ਰਿਕਾਰਡ ਦੇ ਵਿੱਚ ਪੱਕੀ ਪੂਰੀ, ਭਾਵੇਂ ਰਿਕਾਰਡ ਹੈ ਪਰ ਪੂਰੀ ਨਹੀਂ ਹੈਗੀ ਆਬਾਦੀ ਸਾਡੇ ਕੋਲ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਰਿਕਾਰਡ ਹੀ ਨਹੀਂ ਹੈ। ਗਣਤ ਨਾ ਆਵੇ, ਗਿਣਤੀ ਨਹੀਂ ਆਉਂਦੀ ਉੱਥੇ ਤੱਕ। ਕਿਉਂ ਗਣੀ, ਕਿਵੇਂ ਗਣਾ ਫਿਰ ਮੈਂ? ਖੱਪ ਖੱਪ ਮੂਏ ਬਿਸੰਖ। ਬਿਸੰਖ ਸੰਖਿਆ ਤੋਂ ਰਹਿਤ, ਅਣਗਿਣਤ। ਬਿਸੰਖ ਹੁੰਦਾ ਅਣਗਿਣਤ, ਜਿਹੜੇ ਗਿਣੇ ਹੀ ਨਹੀਂ ਜਾ ਸਕਦੇ, ਇੰਨੇ ਵਰਗੇ। ਖਸਮ ਪਛਾਣੇ ਆਪਣਾ, ਖੁੱਲੇ ਬੰਧਨ ਪਾਏ। ਖੁੱਲੇ ਬੰਦ ਨਾ ਨਾ ਪਾਏ। ਜੇ ਆਪਣੇ ਖਸਮ ਨੂੰ ਪਛਾਣ ਲਵੇ, ਜਿਹੜਾ ਹੁਕਮ ਹੈ, ਜਿਹਦਾ ਹੁਕਮ ਚੱਲਦਾ ਹੈ, ਹਾਕਮ, ਹੁਕਮ ਨੂੰ ਪਛਾਣ ਲਵੇ। ਹੁਕਮ ਨੂੰ, ਜਿਹਦੇ ਭਾਣੇ 'ਚ ਚੱਲਣਾ ਹੈ ਉਹਨੂੰ ਪਛਾਣ ਲਵੇ, ਭਾਣੇ ਨੂੰ ਪਛਾਣ ਲਵੇ, ਫਿਰ ਖੁੱਲ ਜਾਂਦੇ ਨੇ ਬੰਧਨ ਇਹਦੇ ਸੰਸਾਰ ਦੇ। ਸੰਸਾਰ ਦਾ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜੀ ਖਿਮਾ, ਇਹ ਬੰਧਨ ਹੀ ਤੋੜਦੀ ਹੈ। ਖਿਮਾ ਨਾਲੇ ਬੰਧਨ ਟੁੱਟਦੇ ਨੇ। ਖਿਮਾ ਸਾਰੇ ਬੰਧਨਾਂ ਤੋਂ ਮੁਕਤ ਕਰ ਦਿੰਦੀ, ਕਰਨ ਵਾਲੀ ਚੀਜ਼ ਹੈ। ਜਾਂ ਖਸਮ ਪਛਾਣ ਲੈਂਦਾ, ਖਸਮ ਪਛਾਣ ਖਿਮਾ ਕਰ ਰਿਹਾ ਹੈ, ਕਬੀਰ ਕਹਿੰਦਾ। ਜੇ ਖਸਮ ਪਛਾਣ ਲੈਂਦਾ ਫਿਰ ਤਿਆਗ ਦਿੰਦਾ ਸਭ ਕੁਛ, ਫਿਰ ਖਸਮ ਨਾਲ ਜੁੜ ਜਾਂਦਾ, ਫਿਰ ਸਭ ਕਾਸੇ ਦਾ ਸੰਸਾਰ ਦਾ ਮਾਲਕ ਬਣ ਜਾਂਦਾ। ਹੁਣ ਮਾਲਕ ਬਣਨ ਵਾਸਤੇ ਮਾਇਆ ਮਗਰ ਭਜਦਾ, ਫਿਰ ਮਾਇਆ ਇਹਦੀ ਮਗਰ, ਇਹਦੇ ਹੁਕਮ ਦੇ ਵਿੱਚ ਹੋ ਜਾਂਦੀ ਹੈ। ਜਿੰਨਾ ਚਿਰ ਮਾਇਆ ਮਗਰ ਭਜਦਾ, ਉਹਨਾਂ ਚਿਰ ਮਾਇਆ ਨੂੰ ਹੱਥ ਨਹੀਂ ਹੁੰਦੀ ਇਹਦੇ। ਇਸੇ ਕਰਕੇ ਖਸਮ ਦੀ ਬਾਣੀ ਕੀ ਕਹਿੰਦੀ ਹੈ? ਖਸਮ ਕੀ ਕਹਿੰਦਾ ਬਾਣੀ 'ਚ? ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ, ਫਿਰ ਤੇਰਾ ਹੀ ਹੈ ਜਗ। ਤੂੰ ਸੰਸਾਰ ਨੂੰ ਮੈਨੂੰ ਛੱਡ ਕੇ ਆਪਣਾ ਨਾ ਕਰ। ਅਸੀਂ ਖਸਮ ਨੂੰ ਛੱਡ ਕੇ ਆਪਣਾ ਬਣਾ ਰਹੇ ਹਾਂ ਸੰਸਾਰ। ਸੰਸਾਰ ਮੇਰਾ, ਤੂੰ ਵੀ ਮੇਰਾ ਹੋ ਜਾ, ਫਿਰ ਸੰਸਾਰ ਤੇਰਾ ਹੀ ਹੈ। ਬਾਪ ਦੀ ਜਾਇਦਾਦ ਦਾ ਮਾਲਕ ਬੇਟਾ ਹੁੰਦਾ, ਪਰ ਤਾਂ ਹੁੰਦਾ ਜੇ ਬੇਟਾ ਬੇਟਾ ਬਣ ਕੇ ਰਹੇ। ਜੇ ਬਾਪ ਉਹਨੂੰ ਡਿਕਲੇਅਰ ਕਰ ਦੇਵੇ ਮੇਰਾ ਬੇਟਾ ਹੀ ਨਹੀਂ ਹੈ, ਪੁੱਤ ਹੀ ਨਹੀਂ ਮੇਰਾ, ਬਸ ਇਹੀ ਤਰੀਕਾ ਸੀ ਬੜੇ ਹੋਣ ਦਾ, ਇਹੀ ਤਰੀਕਾ ਵਡਿਆਈ ਦਾ, ਇਹੀ ਤਰੀਕਾ ਭਗਤਾਂ ਨੇ ਅਪਣਾਇਆ। ਇਸ ਕਰਕੇ ਭਗਤ ਹੀ ਸੰਸਾਰ ਦੇ ਵਿੱਚ ਸਭ ਤੋਂ ਵੱਡੇ ਮੰਨੇ ਗਏ ਨੇ। ਪੰਡਤ ਸੂਰ ਇਹ ਵੱਡੇ ਨੇ। ਪੰਡਤ ਬੜੇ ਬੜੇ ਵਿਦਵਾਨਾਂ ਦੀ ਇੱਜ਼ਤ ਹੈ ਸੰਸਾਰ 'ਚ, ਬੜੇ ਬੜੇ ਸੂਰਮਿਆਂ ਦੀ ਇੱਜ਼ਤ ਹੈ, ਛਤਰਪਤੀ ਰਾਜਿਆਂ ਦੀ ਇੱਜ਼ਤ ਹੈ। ਪੰਡਤ ਸੂਰ ਛਤਰਪਤੀ ਰਾਜਾ ਤਿੰਨਾਂ ਦੀ ਇੱਜ਼ਤ ਹੈ ਸੰਸਾਰ 'ਚ ਵੱਡੀ। ਪਰ ਭਗਤ ਬਰਾਬਰ ਹੋਰ ਨਾ ਕੋਈ, ਭਗਤ ਦੇ ਬਰਾਬਰ ਇਹਨਾਂ 'ਚ ਕੋਈ ਵੀ ਨਹੀਂ। ਭਗਤ ਸਾਰਿਆਂ ਨੂੰ ਵੱਡਾ ਕਿਉਂ ਹੈ? ਭਗਤ ਜਿਹੜਾ ਮਾਇਆਪਤੀ ਖਸਮ ਹੈ ਉਹਦਾ ਬਣ ਗਿਆ, ਉਹਦੇ ਹੁਕਮ 'ਚ ਹੋ ਗਿਆ, ਇਸ ਕਰਕੇ ਸਾਰੇ ਜਗ ਦਾ ਮਾਲਕ ਹੋ ਗਿਆ। ਉਹਨੂੰ ਸਾਰੇ ਵੱਡਾ ਮੰਨਦੇ ਨੇ, ਰਾਜੇ ਨੂੰ ਸਾਰੇ ਵੱਡਾ ਨਹੀਂ ਮੰਨਦੇ ਹੁੰਦੇ। ਸ਼ਬਦੀ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਸ਼ਬਦ ਦੁਆਰਾ, ਉਪਦੇਸ਼ ਦੁਆਰਾ, ਮਹਿਲ ਦੇ ਵਿੱਚ, ਆਪਣੇ ਮਹਿਲ ਵਿੱਚ, ਖਰਾ ਤੂੰ, ਸੱਚਖੰਡ ਵਿੱਚ, ਹਿਰਦੇ ਵਿੱਚ ਤੂੰ ਖਰਾ ਹੋ ਜਾਏਗਾ। ਖਰਾ ਹੋ ਕੇ ਆਪਣੇ ਘਰ ਬੈਠ, ਖਰਾ ਹੋ ਕੇ ਆਪਣੇ ਨਿਜ ਘਰ ਬੈਠ, ਮਹਿਲ ਦੇ ਵਿੱਚ ਬੈਠ।
ਮਹਿਲ ਉਹ ਹੁੰਦਾ ਜਿਹਨੂੰ ਜੰਮ ਢਾਹ ਨਹੀਂ ਸਕਦਾ। ਕੱਚਾ ਘਰ ਹੈ, ਕੱਚੀ ਗਾਗਰ ਹੈ, ਸਰੀਰ ਕੱਚੀ ਗਾਗਰ ਹੈ। ਇਹ ਤਾਂ ਪਹਿਲੇ ਇੱਕ ਡੰਡੇ ਨਾਲ ਡਿੱਗ ਪੈਂਦੀ ਹੈ, ਢਹਿ ਜਾਂਦੀ, ਟੁੱਟ ਜਾਂਦੀ। ਉਹ ਮਹਿਲ ਹੈ, ਉਹ ਤੇ ਜੰਮਦਾ ਡੰਡਾ ਅਸਰ ਹੀ ਨਹੀਂ ਕਰਦਾ। ਮਹਿਲ ਉਹਨੂੰ ਕਹਿੰਦੇ ਨੇ ਜਿਹੜਾ ਪੱਕਾ ਹੋਵੇ। ਪੱਕੇ ਮਹਿਲ 'ਚੋਂ ਹੀ ਪੱਕੀ ਬਾਣੀ ਆਈ ਹੋਈ ਹੈ। ਉੱਥੇ ਸਭ ਕੁਝ ਪੱਕਾ ਹੀ ਹੈ। ਸੰਸਾਰ ਕੱਚਾ ਹੈ ਤੇ ਸਭ ਕੁਝ ਕੱਚਾ ਹੀ ਹੈ। ਸੰਸਾਰ ਕੱਚਾ, ਸਭ ਕੁਝ ਕੱਚਾ ਹੈ, ਇੱਥੇ ਨਾਸਵੰਤ ਹੈ ਸਭ ਕੁਝ। ਇੱਥੇ ਦੀ ਬੋਲੀ ਨਾਸਵੰਤ ਹੈ, ਇੱਥੇ ਦੇ ਪਦਾਰਥ ਨਾਸਵੰਤ ਨੇ, ਇੱਥੇ ਦੇ ਸਰੀਰ ਬਣੇ ਹੋਏ ਨਾਸਵੰਤ ਨੇ, ਇੱਥੇ ਦਾ ਗਿਆਨ ਨਾਸਵੰਤ ਹੈ, ਸਭ ਕੁਝ ਨਾਸਵੰਤ ਹੈ। ਇੱਥੇ ਦੀ ਬੁੱਧੀ ਨਾਸਵੰਤ ਹੈ। ਸਭ ਹੈ ਬੁੱਧੀ ਜਾਲੀਆਂ, ਉਹ ਜਿਹੜੀ ਜਾਲੀ ਜਾਂਦੀ ਹੈ ਬੁੱਧੀ ਇੱਥੇ ਦੀ ਹੋਈ ਹੈ ਸੰਸਾਰ ਦੀ। ਵਿਵੇਕ ਬੁੱਧੀ ਦਰਗਾਹ ਦੀ ਬੁੱਧੀ ਹੈ, ਪਰਮੇਸ਼ਰ ਦੀ ਬੁੱਧੀ ਹੈ, ਨਿਜ ਘਰ ਦੀ ਬੁੱਧੀ ਹੈ। ਉਸ ਬੁੱਧੀ ਨੂੰ ਕਿਹਾ ਜਿਹੜੀ ਨਿਜ ਘਰ ਦੀ ਹੈ। ਘਰ ਕੀ ਨਾਰ ਤਿਆਗੈ ਅੰਧਾ, ਜਿਹੜੀ ਘਰ ਅੰਤਰਾਤਮਾ ਦੀ ਆਵਾਜ਼ ਹੈ ਉਹ ਤੇ ਛੱਡ ਦਿੱਤੀ। ਜਿਹੜੀ ਦੂਏ ਦੇ ਕੰਨ 'ਚੋਂ ਸੁਣ ਲਈ ਮੂਰਤੀ ਵਿੱਚ ਪਰਮੇਸ਼ਰ ਹੈ। ਗੁਰੂ ਗ੍ਰੰਥ ਸਾਹਿਬ ਦਾ ਰਮਾਲਾ ਚੱਕੋ, ਦਰਸ਼ਨ ਕਰ ਲਓ ਪਰਮੇਸ਼ਰ ਦੇ, ਪਰਮੇਸ਼ਰ ਇਹ ਗੱਲਾਂ ਤੇ ਯਕੀਨ ਕਰ ਲਿਆ। ਡੁੱਬਣਾ ਹੀ ਸੀ ਸਾਰਿਆਂ ਨੇ, ਡੁੱਬ ਗਏ। ਮੂਰਤੀ ਪੂਜਾ ਬਣਾਤੀ। ਅੱਖਾਂ ਨੂੰ ਦੇਖਣ ਵਾਲੇ ਤਾਂ ਪਰਮੇਸ਼ਰ ਹੈ ਹੀ ਨਹੀਂ। ਉਹ ਤਾਂ ਪਹਿਲਾਂ ਹੀ ਕਿਹਾ ਹੋਇਆ, ਤੁਸੀਂ ਮਾਇਆ ਨੂੰ ਪਰਮੇਸ਼ਰ ਬਣਾ ਲਿਆ। ਤੁਸੀਂ ਮਰਨਾ ਹੀ ਹੈ ਫਿਰ, ਹੋਰ ਕੀ। ਜਿੱਥੇ ਉਹ ਗਿਰੇ ਹੋਏ ਸੀ, ਜਿਹੜਾ ਰੋਗ ਸੀ ਨਾ ਹਿੰਦੂ ਮਤ ਨੂੰ, ਉਹੀ ਰੋਗ ਸਿੱਖ ਮਤ ਨੂੰ। ਇਸੇ ਕਰਕੇ ਕੋਈ ਕਹਿੰਦੇ ਹੁੰਦਾ ਸੀ, ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਬੱਕਰੀ ਕੌਣ? ਹਿੰਦੂ ਮਤ। ਉਹੀ ਰੋਗ ਬਠੋਰੇ ਨੂੰ। ਹਾਲੇ ਸਿੱਖ ਹੈ ਨਾ, ਹਿੰਦੂ ਮਤ 'ਚ ਪੈਦਾ ਹੋਇਆ ਹੈ ਸਿੱਖੀ, ਇਹਨੂੰ ਵੀ ਇਹੀ ਰੋਗ ਲੱਗ ਗਿਆ। ਬੰਦੇ ਬਹਾਦਰ ਦੇ ਵੇਲੇ ਕਹਿਣ ਲੱਗੇ ਸੀ, ਬੰਦੇ ਬਹਾਦਰ ਨੇ ਬਾੜਤਾ ਸੀ ਨਾ ਇਹ ਸਭ ਕੁਛ। ਜਾਂ ਮੂਰਤੀ ਪੂਜਾ ਆ ਗਈ ਪ੍ਰਕਰਮਾਂ ਦੇ ਵਿੱਚ, ਡੋਗਰਿਆਂ ਨੇ ਲਿਆਂਦੀ, ਰਣਜੀਤ ਸਿੰਘ ਨੇ। ਉਹਦੇ ਬਾਅਦ ਜਾਂ ਰਾਜ ਕਰੇਗਾ ਖਾਲਸਾ ਆ ਗਿਆ, ਹਿੰਦੂ ਮਤ ਤੇ ਜਦੇ ਆ ਗਈ। ਜਾਂ ਰਾਜ ਕਰੇਗਾ ਖਾਲਸਾ, ਟਾਰਗੇਟ ਆ ਗਿਆ ਖਾਲਸੇ ਦਾ, ਹਿੰਦੂ ਮਤ ਜਦੇ ਹੀ ਆ ਗਈ। ਮਾਇਆ ਜਦੇ ਹੀ ਆ ਬੜੀ, ਪਰ ਰੋਗ ਉਹੀ ਲੱਗ ਗਿਆ ਪਠੋਰੇ। ਅੱਜ ਸਿੱਖੀ ਦਾ ਨਾਂ ਨਿਸ਼ਾਨ ਨਹੀਂ ਹੈ। ਸਿੱਖੀ ਦਾ ਨਿਸ਼ਾਨ ਨਹੀਂ, ਸਿੱਖੀ ਭੇਖ ਦਾ ਨਾਂ ਨਿਸ਼ਾਨ ਹੈ। ਭੇਖ ਹੈ, ਭੇਖ ਹੈ। ਭੇਖ ਵੀ ਇਹ ਸਿੱਖੀ ਦਾ ਨਹੀਂ ਹੈ। ਭੇਖ ਤਾਂ ਸਾਰਿਆਂ ਦਾ ਹੀ ਹੈ। ਦਾੜੀ ਕੇ ਤਾਂ ਸਾਰਿਆਂ ਦੀ ਉਹਨਾਂ ਨੇ। ਸਿੱਖੀ ਦਾ ਭੇਖ ਹੀ ਨਹੀਂ ਹੁੰਦਾ ਕੋਈ। ਸਿੱਖੀ ਦਾ ਸਰੀਰ ਨਾਲ ਮਤਲਬ ਹੈ ਨਹੀਂ ਕੋਈ। ਸਿੱਖੀ ਦਾ ਤਾਂ ਆਤਮਾ ਨਾਲ ਮਤਲਬ ਹੈ। ਸਿੱਖੀ ਦਾ ਮਨ ਦੀ ਸਾਧਨ ਹੈ, ਮਨ ਸਾਧੇ ਸਿੱਧ ਹੋਏ। ਸ਼ਬਦੀ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਸ਼ਬਦੀ ਮਹਿਲੀ ਖਰਾ ਤੂੰ, ਗੁਰੂ ਦੇ ਉਪਦੇਸ਼ ਨਾਲ, ਸ਼ਬਦਾਂ ਨਾਲ ਆਪਣੇ ਘਰ ਅੰਦਰ ਖਰਾ ਹੋ ਜਾਏਗਾ। ਖੋੜ ਨਿਕਲ ਜੂਗੀ ਸਾਰੀ। ਖਰਾ ਤੂੰ, ਖਿਮਾ ਸੱਚ ਸੁਖ ਪਾਏ। ਫਿਰ ਛੱਡੇਗਾ ਸੰਸਾਰ ਨੂੰ, ਫਿਰ ਖਿਮਾ ਹੋਊਗੀ। ਖਿਮਾ ਨਹੀਂ ਹੋਣੀ, ਤਿਆਗ ਨਹੀਂ ਹੋਣਾ ਤੇ ਸਭ ਕੁਛ। ਬਿਨਾਂ ਗੁਰਬਾਣੀ ਨੂੰ ਸਮਝੇ ਤੇ ਗੁਰਬਾਣੀ ਨੂੰ ਮੰਨੇ ਤੇ ਤਿਆਗ ਨਹੀਂ ਹੋਣਾ ਕੁਛ ਵੀ। ਖਰਾ ਤਿਆਗੇ ਤੇ ਬਿਨਾਂ ਖਰਾ ਨਹੀਂ ਹੋ ਸਕਦਾ। ਤਿਆਗੇ ਤੇ ਬਿਨਾਂ ਸੱਚਾ ਨਹੀਂ ਹੋ ਸਕਦਾ, ਸਚਿਆਰਾ ਨਹੀਂ ਹੋ ਸਕਦਾ। ਗੁਰੂ ਉਪਦੇਸ਼ ਨਾਲੇ ਸੱਚਾ ਹੋਏਗਾ, ਸੁੱਚਾ ਹੋਏਗਾ, ਘਰ 'ਚ ਟਿਕੇਗਾ, ਅੰਦਰ ਹਿਰਦੇ 'ਚ ਟਿਕਿਆ ਰਹੇਗਾ। ਬਾਹਰਲਾ ਤਿਆਗ ਕਰ ਦੇਗਾ ਤੇ ਸੁਖ ਉਦੋਂ ਸੁਖ ਹੋਊਗਾ। ਉਹ ਤੋਂ ਪਹਿਲਾਂ ਸੁਖ ਹੀ ਨਹੀਂ ਹੋਣਾ। ਸੁਖ ਪਾਏ, ਸੁਖ ਪਾਏ, ਫਿਰ ਪਰਮ ਸੁਖ ਦੀ ਭੁੱਖ ਲੱਗੂ। ਉਹ ਸੁਖ ਤੈਨੂੰ ਚੰਗਾ, ਉਹ ਸੁਖ ਤੈਨੂੰ ਸੁਖ ਪਾਊਗਾ। ਪਤਾ ਲੱਗੂਗਾ ਵੀ ਆਹ ਸੁਖ ਹੈ। ਉਹ ਆਨੰਦ ਹੋਊਗਾ। ਉਹ ਤੋਂ ਪਹਿਲਾ ਆਨੰਦ ਕੋਈ ਆਨੰਦ ਹੈ ਨਹੀਂ। ਜਦੋਂ ਆਨੰਦ ਹੋਇਆ ਨਾ ਗੁਰੂ ਅਮਰਦਾਸ ਨੂੰ, ਫਿਰ ਉਹਨਾਂ ਨੇ ਕਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦੋਂ ਆਨੰਦ ਹੋਇਆ ਸੀ। ਆਏ ਅਵਸਥਾ 'ਚ ਜਾ ਕੇ ਆਨੰਦ ਦਾ ਸੁੱਖ ਹੁੰਦਾ ਹੈ। ਮਹਿਸੂਸ ਕੀਤਾ ਵੀ ਆਨੰਦ ਤਾਂ ਸੁੱਚਾ ਹੈ।
ਇਹ ਤਾਂ ਸੰਤ ਗੱਦੀ ਮਿਲ ਗਈ ਆਨੰਦ ਹੋ ਗਏ ਬਸ। ਪਹਿਲਾਂ ਚੇਲੇ ਲੜੀ ਜਾਂਦੇ ਨੇ, ਆਸ ਰੱਖਦਾ ਜੇ ਗੱਦੀ ਮਿਲ ਗਈ ਸੰਤ ਮਰ ਗਿਆ ਆਨੰਦ ਹੋ ਗਏ, ਉੱਥੇ ਟੇਕਣ ਲੱਗ ਗਏ, ਚੜਾਵਾ ਬੇਅੰਤ ਚੜ੍ਹਨ ਲੱਗ ਗਿਆ ਆਨੰਦ। ਇਹਨੂੰ ਆਨੰਦ ਕਹਿੰਦੇ ਨੇ ਲੋਕ, ਇਹ ਆਨੰਦ ਨਹੀਂ ਹੈ, ਇਹ ਜੰਜਾਲ है जी का। बड़े बड़े जो दीसे लोग तिनको व्यापा तो चित्तर व्याप्या है उथे। ਖਰਚ ਖਰਾ ਧਨ ਧਿਆਨ ਤੂੰ ਆਪੇ ਵਸੈ ਸਰੀਰ। ਖਰਚ ਖਰਾ ਧਨ ਧਿਆਨ ਤੂੰ ਆਪੇ ਖਰਚਣਾ ਕੀ ਹੈ? ਖਰਾ ਧਨ ਖਰਚ, ਇਹ ਖੋਟਾ ਧਨ ਹੈ ਜਿਹੜਾ ਅਸੀਂ ਖਰਚਦੇ ਹਾਂ ਰੋਜ਼। ਇਹ ਖੋਟੇ ਮਨ ਨੇ ਮੰਨਿਆ ਹੋਇਆ ਧਨ ਹੈ। ਜਦ ਖਰਾ ਮਨ ਖਰਾ ਹੋ ਜਾਂਦਾ ਹੈ ਫਿਰ ਧਨ ਵੀ ਇਹਦੇ ਕੋਲ ਖਰਾ ਹੁੰਦਾ। ਸੰਸਾਰੀ ਗਿਆਨ ਜਿਹੜਾ ਰਲਿਆ ਹੋਇਆ ਨਾ ਹੁਣ ਸਾਡੇ ਕੋਲ, ਜੋ ਅਸੀਂ ਕਰਦੇ ਹਾਂ ਉਹ ਵੀ ਖੋਟਾ ਹੈ। ਜਾਂ ਸਰੀਰ ਨਾਲ ਲੈ ਕੇ ਚੱਲਦੇ ਹਾਂ ਅਸੀਂ, ਸਰੀਰ ਦੇ ਅਰਥ ਕਰਦੇ ਹਾਂ, ਖੋਟ ਰਲ ਗਈ ਮਾਇਆ ਦੀ। ਮੇਰਾ ਜੋਤ ਦੇ ਉੱਤੇ ਰੱਖ ਕੇ ਸਾਰਾ ਅਰਥਾਵਾਂਗੇ ਬਾਣੀ ਨੂੰ। ਜੋਤ ਦੀ ਗੱਲ ਜਦ ਪ੍ਰਗਟ ਨਿਖਰ ਕੇ ਬਾਹਰ ਆਊਗੀ ਫੇਰ ਖਰਾ ਧਨ ਹੋਊਗਾ। ਖਰਚ ਖਰਾ ਧਨ। ਖਰਾ ਧਨ ਕੀ ਹੁੰਦਾ? ਧਿਆਨ ਹੈ ਤੇਰਾ ਖਰਾ ਧਨ। ਖਰਚ ਖਰਾ ਧਨ ਧਿਆਨ, ਧਿਆਨ ਹੀ ਖਰਾ ਧਨ। ਧਿਆਨ ਹੈ ਸਾਰਾ ਧਨ ਕੋਲ ਹੈ। ਧਿਆਨ ਟੁੱਟ ਗਿਆ ਹਰ ਵਿਸਰਤ ਸਦਾ ਖੁਆਰੀ। ਖਜ਼ਾਨੇ ਨਾਲ ਧਿਆਨ ਜੁੜਿਆ ਹੋਇਆ ਹੈ ਤਾਂ ਖਜ਼ਾਨੇ ਦਾ ਮਾਲਕ ਹੈ। ਖਜ਼ਾਨੇ ਤੱਕ ਹੱਥ ਉੱਪੜਦਾ ਹੈ, ਜੋ ਮਰਜ਼ੀ ਲਿਆਈ ਜਾ। ਜੇ ਖਜ਼ਾਨੇ ਦੀ ਬਜਾਏ ਹੱਥ ਖਜ਼ਾਨੇ ਤੋਂ ਹਟਾ ਕੇ ਗਾਂਧੀ 'ਚ ਪਾ ਲਿਆ ਤਾਂ ਉੱਥੇ ਤਾਂ ਗੰਦੇ ਦਊਗਾ ਲਿਆ ਕੇ। ਸੱਚ ਦੇ ਸੱਚੇ ਖਜ਼ਾਨੇ ਤੋਂ ਝੂਠੇ ਖਜ਼ਾਨੇ 'ਚ ਹੱਥ ਪਾ ਲਿਆ, ਉੱਥੋਂ ਲਿਆ ਕੇ ਕੀ ਦਊਗਾ? ਝੂਠੇ ਖਜ਼ਾਨੇ 'ਚੋਂ ਟੀਕੇ ਸਾਰੇ ਬਣੇ ਹੋਏ ਨੇ। ਸੱਚਾ ਖਜ਼ਾਨਾ ਨਹੀਂ ਹੈ। ਧਿਆਨ ਹੀ ਨਹੀਂ ਸੱਚ ਨਾਲ ਜੁੜਿਆ। ਸੱਚ ਖੋਜ ਹੀ ਨਹੀਂ ਹੋਇਆ ਇਹਨਾਂ ਤੇ। ਜੇ ਸੱਚ ਖੋਜ ਲੈਂਦੇ ਤਾਂ ਸੱਚ ਨਾਲ ਧਿਆਨ ਜੁੜਦਾ। ਸੱਚ ਨਾਲ ਧਿਆਨ ਜੁੜੂਗਾ, ਸੱਚੀ ਬਾਣੀ ਬੋਲੂਗਾ। ਆੜੀ ਸੱਚੀ ਬਾਣੀ ਬੋਲੀ ਹੈ, ਸਿੱਖਿਆ ਦਿੱਤੀ ਹੈ, ਇਹ ਖਰਚਿਆ ਹੋਇਆ ਹੀ ਹੈ। ਇਹੀ ਖਰਚਿਆ। ਔਰ ਖਰਚਿਆ ਕੀ ਹੈ? ਖਰਚ ਕੇ ਦਿੱਤਾ ਹੈ ਸਾਨੂੰ। ਭਗਤ ਕਬੀਰ ਜੀ ਕੀ ਕਹਿੰਦੇ? ਗੁਰਦੀਨੀ ਵਸਤ ਕਬੀਰ ਕੋ ਲੈ ਹੋ ਵਸਤ ਸੰਭਾਲ। ਮੈਂ ਤਾਂ ਸੰਭਾਲ ਲਈ ਕਬੀਰ ਦੀ ਨਹੀਂ, ਸੰਸਾਰ ਕੋ ਕੀ ਗੁਰਬਾਣੀ ਬਣਾ ਕੇ ਦਿੱਤੀ ਹੈ। ਹੁਣ ਤਾਂ ਮੱਖਣ ਮਿਲਿਆ ਪ੍ਰਥਮੇ। ਗੁਰੂ ਨਾਨਕ ਜੀ ਕਹਿੰਦੇ ਪ੍ਰਥਮੇ ਮੱਖਣ, ਮੈਨੂੰ ਮੱਖਣ ਮਿਲਿਆ ਦਰਗਾਹ ਚੋਂ। ਧਿਆਨ 'ਚ ਮੱਖਣ ਮਿਲਦਾ ਸਿੱਧਾ ਡਾਇਰੈਕਟ। ਖਜ਼ਾਨੇ 'ਚ ਮੱਖਣ ਆ ਨਹੀਂ ਬਾਣੀ ਹੈ ਉੱਥੇ। ਇਹ ਦੁੱਧ ਬਣਾ ਕੇ ਦਿੱਤਾ ਸਾਨੂੰ। ਇਹ 'ਚ ਮੱਖਣ ਹੈ। ਮੱਖਣੇ 'ਚੋਂ ਕੱਢਣਾ ਪਊ। ਮੱਖਣ ਵਿਕਿਆ ਹੁੰਦਾ ਦੁੱਧ, ਪਰ ਦੀਦਾ ਨਹੀਂ ਹੁੰਦਾ। ਮੱਖਣ ਅੱਡ ਕੱਢ ਲਓਗੇ, ਮੱਖਣ ਦੀ ਸਮੈਲ ਹੋਰ ਹੈ। ਦੁੱਧ 'ਚੋਂ ਮੱਖਣ ਦੀ ਸਮੈਲ ਨਹੀਂ ਆਉਂਦੀ। ਦੁੱਧ 'ਚੋਂ ਲੱਸੀ ਦੀ ਵੀ ਸਮੈਲ ਨਹੀਂ ਆਉਂਦੀ। ਜਦ ਮੱਖਣ ਅੱਡ ਹੋ ਜੂ, ਲੱਸੀ ਯਾਰ ਦੁੱਧ ਦੀ ਸਮੈਲ ਅੱਡ ਹੋ ਜੂ, ਲੱਸੀ ਦੀ ਯਾਰ ਮੱਖਣ ਦੀ ਸਮੈਲ ਅੱਡ ਹੋ ਜੂਗੀ। ਜਿੱਦਣ ਤੁਹਾਨੂੰ ਗੁਰਬਾਣੀ ਦੀ ਜਿਹਨੂੰ ਸਮਝ ਆ ਗਈ, ਉਹਨੂੰ ਕੱਚੀ ਔਰ ਪੱਕੀ ਬਾਣੀ ਦੀ ਅੱਡ ਸਮੈਲ ਆ ਜਾਂਦੀ ਹੈ, ਪਤਾ ਲੱਗ ਜਾਂਦਾ ਹੈ। ਨਹੀਂ ਤਾਂ ਸੰਸਾਰ ਦੁੱਧ ਦੇ ਭਲਾਵੇਂ ਲੱਸੀ ਪੀ ਜਾਂਦਾ। ਖਰਚ ਖਰਾ ਧਨ ਧਿਆਨ ਤੂੰ ਧਿਆਨ ਤੂੰ ਆਪੇ ਵਸੈ ਸਰੀਰ। ਆਪੇ ਵਸੇ ਸਰੀਰ। ਆਪੇ ਸਰੀਰ, ਫਿਰ ਤੂੰ ਸਰੀਰ 'ਚ ਬਸੇਗਾ ਆਪ। ਸਰੀਰ ਅੰਦਰਲੇ ਦੇ ਵਿੱਚ, ਇਹ ਸਰੀਰ ਤਾਂ ਬਸਦਾ ਹੀ ਹੈ। ਹੁਣ ਸਰੀਰ 'ਚ ਬਾਹਰਲੇ 'ਚ ਬਸਦਾ ਹੈ, ਮਾਇਆ 'ਚ ਬਸਦਾ ਹੈ, ਕਾਇਆ 'ਚ ਨਹੀਂ ਬਸਦਾ। ਇਹ ਆਪੇ ਬਸੇ ਸਰੀਰ। ਫਿਰ ਉਹ ਵੀ ਤੇਰੇ ਸਰੀਰ 'ਚ, ਸ਼ਬਦ ਗੁਰੂ ਵੀ ਤੇਰੇ ਸਰੀਰ 'ਚ ਆ ਵਸੂਗਾ, ਤੇਰੇ ਅੰਦਰ ਆ ਵਸੂਗਾ। ਹਾਂਜੀ। ਮਨ ਤਨ ਮੁਖੀ ਜਾਪੈ ਸਦਾ ਗੁਣ ਅੰਤਰ ਮਨ ਧੀਰ। ਮਨ ਤਨ ਮੁਖ ਜਾਪੇ ਸਦਾ। ਮਨ ਕਰਕੇ
ਤਨ ਕਰਕੇ ਮੁਖ ਕਰਕੇ ਜਾਪੇ ਸਦਾ। ਜਾਪੇ ਸਦਾ। ਮਨ ਤੋਂ ਵੀ ਪ੍ਰਗਟ ਹੋਊਗਾ ਇਹਦੇ ਅੰਦਰ ਬਸਿਆ ਹੋਇਆ। ਬੁੱਧੀ ਕਰਕੇ ਵੀ ਪਤਾ ਹੋਊਗਾ, ਤਨ ਬੁੱਧੀ ਹੈ ਇੱਥੇ, ਕਿਉਂਕਿ ਗੱਲੇ ਨਹੀਂ ਹੋਰ ਕਰਨੀ, ਧਿਆਨ ਹੋਰ ਪਾਸੇ ਨਹੀਂ ਜਾਣਾ। ਮਨ ਕਰਕੇ ਕਿਵੇਂ ਪਤਾ ਲੱਗੂ? ਮਨ ਟਿਕਿਆ ਹੋਇਆ। ਬੁੱਧੀ ਕਰਕੇ ਕਿਵੇਂ ਪਤਾ ਲੱਗੂ? ਗੱਲੇ ਨਹੀਂ ਹੋਰ ਕਰਨੀ ਬੁੱਧੀ ਨੇ, ਗੱਲੇ ਸੱਚ ਦੀ ਕਰਨੀ ਹੈ, ਗੱਲੇ ਦਰਗਾਹ ਦੀ ਕਰਨੀ, ਹੋਰ ਕਰਨੀ ਹੋਈ ਨਹੀਂ। ਮੁਖ ਦੇ ਵਿੱਚ ਉਹੀ ਗੱਲ ਆਊ ਜਿਹੜੀ ਕਰੂਗਾ। ਬੁੱਧੀ ਬੋਲੂਗੀ ਉਹੀ ਮੁਖ ਤੋਂ ਹੀ ਬੋਲੂਗੀ। ਮਨ ਕਰਕੇ, ਤਨ ਕਰਕੇ, ਮੁਖ ਕਰਕੇ ਜਾਪੇ ਸਦਾ। ਸਦਾ ਸਭ ਨੂੰ ਪਤਾ ਲੱਗੂ ਵੀ ਹਾਂ ਗੁਣ ਅੰਤਰ ਮਨ ਧੀਰ। ਇਹਦੇ ਅੰਦਰ ਗੁਣ ਨੇ, ਸਾਰੇ ਗੁਣ ਨੇ, ਔਰ ਇਹਦਾ ਮਨ ਧੀਰਜ ਵਾਲਾ ਟਿਕਿਆ ਹੋਇਆ। ਪਤਾ ਲੱਗੂਗਾ, ਦੇਖਣ ਵਾਲਿਆਂ ਨੂੰ ਵੀ ਪਤਾ ਲੱਗੂਗਾ, ਇਹ ਗੱਲ ਪ੍ਰਗਟ ਹੋਊਗੀ। ਜਾਪੂਗਾ, ਸਭ ਨੂੰ ਜਾਪੂਗਾ। ਇਸ ਕਰਕੇ ਜਿਹੜੇ ਇਸ ਅਵਸਥਾ ਦੇ ਲੋਕ ਨੇ, ਉਹਨਾਂ ਦੇ ਦਰਸ਼ਨ ਕਰਕੇ ਹੀ ਲੋਕ ਬਹੁਤ ਕੁਝ ਮਿਲ ਜਾਂਦਾ। ਉਹਨਾਂ ਨੂੰ ਦੇਖ ਕੇ ਹੀ ਬਹੁਤ ਕੁਝ ਸ਼ਾਂਤੀ ਆ ਜਾਂਦੀ ਹੈ। ਉਹਨਾਂ ਦੇ ਵਿੱਚੋਂ ਕੁਝ ਜਾਪਦਾ, ਗੱਲ ਕਰਕੇ ਤਾਂ ਉਦੋਂ ਵੀ ਜ਼ਿਆਦਾ ਹੋ ਜਾਂਦਾ, ਪਰ ਕਈ ਦੇਖ ਕੇ ਹੀ ਪ੍ਰਭਾਵਿਤ ਹੋ ਜਾਂਦੇ। ਹਉਮੈ ਖਪੈ ਖਪਾਏ ਸੀ ਬੀਜੋਂ ਵੱਥ ਵਿਕਾਰ। ਹਉਮੈ ਖਪੈ ਖਪਾਏ ਸੀ, ਬੀਜੋਂ ਵੱਥ ਵਿਕਾਰ। ਦੂਜੇ ਪਾਸੇ ਹੰਕਾਰੀ ਆਦਮੀ ਹੈ, ਤਾਂ ਉਹ ਵੀ ਸੰਤ ਹੈ, ਤਾਂ ਉਹ ਵੀ ਗੁਰੂ। ਉਹਨੇ ਕੀ ਹੈ? ਉਹਨੇ ਅੰਦਰ ਵਕਾਰ ਵੀ ਜੇ ਹਨ, ਵਕਾਰਾਂ ਦੀ ਫਸਲ ਹੈ ਉਹਦੇ ਹਿਰਦੇ 'ਚ। ਇਹਦੇ ਹਿਰਦੇ 'ਚ ਗੁਣ ਹੈ, ਉਹਦੇ ਹਿਰਦੇ 'ਚ ਔਗਣ। ਉਸ ਖੇਤ ਕੋਈ ਹੈ, ਖੇਤ ਹੀ ਕਰੋ ਨਿਬੇੜਾ, ਖੇਤ ਹਿਰਦਾ ਹੈ। ਉਹਨੇ ਹਿਰਦੇ 'ਚ ਔਗਣਾਂ ਦੀ ਫਸਲ ਬੀਜੀ ਹੋਈ ਹੈ, ਇਹਨੇ ਹਿਰਦੇ 'ਚ ਗੁਣਾਂ ਦੀ ਫਸਲ ਬੀਜੀ ਹੋਈ ਹੈ। ਗੁਣਾਂ ਦੀ ਫਸਲ ਵਾਲੇ ਦੇ ਅੰਦਰ ਸ਼ਾਂਤੀ ਹੈ, ਔਗਣ ਦੀ ਫਸਲ ਵਾਲੇ ਦੇ ਅੰਦਰ ਅਸ਼ਾਂਤੀ। ਇਹਦੀ ਦ੍ਰਿਸ਼ਟੀ ਜਿਹੜੀ ਹੈ ਵਿਵੇਕ ਬੁੱਧੀ ਹੈ, ਸਮਦ੍ਰਿਸ਼ਟੇਤਾ। ਇਹ ਸਮਦ੍ਰਿਸ਼ਟੇਤਾ ਉਹਦੀ ਹੈ ਦ੍ਰਿਸ਼ਟੀ ਕੌਣ ਵਾਲੀ। ਇਹਦੀ ਦ੍ਰਿਸ਼ਟੀ ਹੰਸ ਵਾਲੀ ਹੈ ਜੀ, ਉਹਦੀ ਕੌਣ ਵਾਲੀ। ਜਗ ਕਊਆ ਮੁਖ ਚੁੰਚ ਗਿਆਨ। ਬਸ ਮੂੰਹ ਗਿਆਨ ਦੀ ਗੱਲ ਹੈਗੀ ਹੈ, ਅੰਦਰ ਬਕਾਰ ਨੇ। ਗੁਰਮੁਖ ਦੇ ਜੋ ਅੰਦਰ ਹੈ ਉਹੀ ਬਾਹਰ ਹੈ। ਉਹਦੇ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਇਹ ਦੋਹਾਂ ਦਾ ਫਰਕ ਹੈ। ਦੇਖਣ ਨੂੰ ਦੋਏ ਸੰਤ ਨੇ, ਅੰਦਰ ਕੁਝ ਹੋਰ ਹੈ ਨਾ। ਹਉਮੈ ਖਪੈ ਖਪਾਏ ਸੀ ਬੀਜੋਂ ਵੱਥ। ਹਉਮੈ ਵਾਲੇ ਖਪਦੇ ਖਪਾਉਂਦੇ ਕਿਉਂ ਨੇ? ਉਹਨਾਂ ਦੇ ਅੰਦਰ ਬੀਜੇ ਹੋਏ ਨੇ ਵਕਾਰ, ਵਕਾਰ ਬੀਜੇ ਹੋਏ ਨੇ। ਉਹ ਵਕਾਰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ। ਉਹ ਗੱਲ ਜਦ ਕਰਦੇ ਨੇ, ਗੱਲ ਕਰਦੇ ਹੀ ਨਹੀਂ। ਉਹ ਸੱਚ ਦੀ ਗੱਲ ਉਹਨਾਂ ਤੇ ਹੁੰਦੀ ਹੋਈ ਨਹੀਂ। ਉਹ ਤਾਂ ਸਾਰੀ ਗੱਲਾਂ ਕਰਦੇ ਨੇ, ਸੁੱਖ ਸਾਂਦ ਪੁੱਛਦੇ ਨੇ, ਬੱਚਿਆਂ ਦੇ ਪੁੱਛਦੇ ਨੇ, ਕਿਹੜਾ ਮੁੰਡਾ ਕਿੰਨੀ 'ਚ ਪੜ੍ਹਦਾ, ਕਿੰਨੇ ਨੰਬਰ ਲੈ ਗਏ। ਤੈਂ ਕੀ ਲੈਣਾ ਇਹਨਾਂ ਗੱਲਾਂ ਤੇ? ਤਾਂ ਸੰਸਾਰੀ ਆਦਮੀ ਦੀਆਂ ਗੱਲਾਂ ਹੁੰਦੀਆਂ ਨੇ। ਤੂੰ ਪੁੱਛ ਵੀ ਤੈਨੂੰ ਕੀ ਅਸਰ ਹੋਇਆ, ਮਨ ਟਿਕਣ ਲੱਗਿਆ ਜਾਂ ਨਹੀਂ ਲੱਗਿਆ, ਸਮਝ ਆਈ ਕੁਝ ਕਿ ਨਹੀਂ ਆਈ, ਕਿੱਥੋਂ ਦੀ ਸਮਝ ਆਈ, ਕਿਹੜੀ ਪੰਕਤੀ ਹੈ ਜਿਹੜੀ ਪਰੇਸ਼ਾਨ ਕਰਦੀ ਹੈ, ਕਿੱਥੋਂ ਕੰਟਰਾਡਿਕਸ਼ਨ ਪੈਦਾ ਹੁੰਦੀ ਹੈ। ਤੇਰੇ ਕੋਲ ਆਇਆ ਤੂੰ ਆ ਗੱਲਾਂ ਪੁੱਛ, ਤੂੰ ਪੁੱਛਣ ਲੱਗ ਗਿਆ ਦੀਆਂ ਕਰਦੀ ਹੈ। ਜੈ ਜਾ ਉਹ ਇਹੋ ਜਿਹੀ ਤੂੰ, ਤੇਰੇ ਆਰੋਂ ਕੀ ਫਰਕ ਹੈ? ਫਿਰ ਸੰਸਾਰੀ ਆਦਮੀ ਹੈ। ਜੇ ਸੰਸਾਰੀ ਗੱਲਾਂ ਕਰਦਾ ਤਾਂ ਸੰਸਾਰੀ ਆਦਮੀ, ਜੇ ਸੰਸਾਰੀ ਦੁੱਖ ਸੁੱਖ ਦੀਆਂ ਗੱਲਾਂ ਦੱਸਦਾ ਉਹਨੂੰ ਸੰਸਾਰੀ ਆਦਮੀ। ਜੇ ਕੋਈ ਤਕਲੀਫ ਆ ਕਹਿ ਵੀ ਭਾਣਾ ਮੰਨੂ ਭਾਈ, ਮੇਰੇ ਹੱਥ 'ਚ ਕੀ ਹੈ। ਜੇ ਕੋਈ ਕੰਮ ਖਰਾਬ ਹੋ ਗਿਆ ਉਹ ਕਹਿੰਦਾ ਕੋਈ ਨਹੀਂ, ਪਰਮੇਸ਼ਰ ਦੇ ਹੱਥ ਹੈ, ਜਿਹੜਾ ਖਰਾਬ ਕਰਦਾ ਠੀਕ ਉਹੀ ਕਰੂਗਾ। ਜਿਹਨੇ ਦੁੱਖ ਦਿੱਤਾ ਸੁੱਖ ਉਹੀ ਦਊਗਾ, ਜਿਹਨੇ ਸੁੱਖ ਦਿੱਤਾ ਦੁੱਖ ਵੀ ਦੇ ਦੂ ਗੱਲ ਨੂੰ। ਜੇ ਕੋਈ ਬਹੁਤ ਸੁੱਖ ਕਹਿੰਦਾ ਐ ਹੋ ਗਿਆ, ਉਹ ਕਹਿੰਦਾ ਕੋਈ ਨਹੀਂ, ਐ ਨਹੀਂ ਕਹੀਦਾ ਹੁੰਦਾ, ਕੋਈ ਨਹੀਂ ਪਤਾ ਕਿਹੜੇ ਵੇਲੇ ਥੱਲੇ ਡਿੱਗ ਪੈਣਾ, ਐ ਨਹੀਂ ਕਹੀਦਾ ਹੁੰਦਾ। ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣਾ। ਦੁੱਖ ਸੁੱਖ ਵੱਲ ਨਹੀਂ ਧਿਆਨ ਕਰੀਦਾ ਹੁੰਦਾ, ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ।
ਇਹ ਤਾਂ ਪਰਛਾਵਾਂ ਇੱਕ ਤਾਂ ਰੁਕਦਾ ਹੀ ਨਹੀਂ ਹੈ, ਨਾ ਸੂਰਜ ਰੁਕਦਾ, ਨਾ ਧਰਤੀ ਰੁਕਦੀ ਹੈ, ਨਾ ਪਰਛਾਵਾਂ ਰੁਕਦਾ। ਸੰਸਾਰ ਦਾ ਸਿਸਟਮ ਰੁਕਣ ਵਾਲਾ ਹੈ ਹੀ ਨਹੀਂ, ਕਦੋਂ ਰੁਕਿਆ ਤਾਂ ਖਤਮ ਹੈ। ਸੰਸਾਰ ਦੇ ਦੁੱਖ ਸੁੱਖ ਵੀ ਐਵੇਂ ਚੱਲਦੇ ਰਹਿੰਦੇ ਨੇ। ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ। ਜੰਤ ਉਪਾਏ ਜੀ, ਜੰਤ ਪੈਦਾ ਕੀਤੇ ਨੇ। ਜੰਤ ਕੀ ਨਾ ਹੁੰਦਾ? ਸਰੀਰ ਵਿੱਚ ਤੱਤ ਪਾਇਆ ਹੋਇਆ, ਆਤਮਾ ਪਾਈ ਹੈ, ਜੰਤ ਹੋ ਗਿਆ। ਜੰਤ ਉਪਾਏ, ਜੰਤ ਪੈਦਾ ਕੀਤੇ ਨੇ। ਵਿੱਚ ਪਾਇਨ ਕਰਤਾ ਅਲੱਗ ਅਪਾਰ। ਵਿੱਚ ਉਹਦੇ ਕਰਤਾ ਪਾਇਆ ਹੋਇਆ, ਅੰਦਰ ਉਹ ਸਾਹ ਲੈਂਦਾ। ਜਿਹੜਾ ਸਾਹ ਲੈਂਦਾ ਉਹ ਵੀ ਤਾਂ ਅੰਦਰ ਹੀ ਹੈ। ਉਹਦੀ ਰੋਸ਼ਨੀ ਸਰੀਰ ਦੇ ਨਾਲ ਜੁੜੀ ਹੋਈ ਹੈ, ਆਪ ਨਹੀਂ ਜੁੜਿਆ ਹੋਇਆ। ਵਿੱਚ ਪਾਇਨ ਕਰਤਾ, ਵਿੱਚ ਪਾਇਨ, ਵਿੱਚ ਪਾਇਨ ਕਰਤਾ ਜੰਤ ਉਪਾਏ ਵਿੱਚ ਪਾਇਨ। ਜੰਤ ਪੈਦਾ ਕੀਤਾ, ਸਰੀਰ ਪੈਦਾ ਕੀਤਾ, ਵਿੱਚ ਉਹਨੇ ਆਪਣੀ ਜੋਤ ਪਾ ਕੇ। ਕਰਤਾ ਉਹੀ ਹੈ ਅੰਦਰਲਾ, ਆਪ ਅਲੱਗ ਅਪਾਰ ਬੈਠਾ, ਅਲੱਗ ਬੈਠਾ ਹੈ, ਉਹੀ ਕਰਤਾ ਹੈ। ਉਹਦੇ ਥਰੂ ਹੀ ਕਰਾ ਰਿਹਾ ਪਰਮੇਸ਼ਰ। ਕਰਾ ਪਰਮੇਸ਼ਰ ਰਿਹਾ, ਨਾ ਕਰਨਾ ਤਾਂ ਖਸਮਾ ਤੋਂ ਉਹੀ ਬੋਲ ਰਿਹਾ ਅੰਦਰਲਾ ਹੀ। ਉਹ ਆਪ ਉਹਦੀ ਉਹ ਨੱਥ ਹੈ ਖਸਮ ਦੇ ਹੱਥ, ਹੁਕਮ ਦੇ ਵਿੱਚ। ਉਹੀ ਹੁਕਮ ਦਾ ਬੰਦਾ ਹੋਇਆ, ਹੁਕਮ ਹੀ ਬੰਦਾ ਉਹ ਅੰਦਰਲਾ ਹੀ ਹੈ। ਬਾਹਰਲਾ ਨਹੀਂ ਹੁਕਮ ਹੀ ਬੰਦਾ, ਬਾਹਰਲਾ ਤਾਂ ਬਾਗੀ ਹੈ। ਬਾਹਰਲਾ ਮਨ ਮਾਵਾਸੀ ਰਾਜਾ ਹੈ, ਅੰਦਰਲਾ ਹੁਕਮ ਹੀ ਬੰਦਾ ਹੈ। ਉਹਨੂੰ ਜਦ ਕਹਿਤਾ ਵੀ ਸਾਹ ਲੈਣਾ ਬੰਦ ਕਰ ਦੇ, ਜਦੇ ਬੰਦ ਕਰ ਦਿੰਦਾ। ਸਰੀਰ ਦਾ ਜੀਵਨ ਉਹ ਹੈ, ਜਗ ਦਾ ਜੀਵਨ ਉਹ ਹੈ, ਇਹ ਨਹੀਂ ਹੈ। ਇਹਦਾ ਤਾਂ ਦੁਆਰੇ ਨਹੀਂ ਹੈ, ਮੇਰੇ ਦੁਆਰਾ ਤਾਂ ਇਹਦਾ ਜੀਅ ਨਹੀਂ ਕਰਦਾ ਸਰੀਰ ਛੱਡਣ ਨੂੰ। ਉਹ ਇੱਕ ਵੀ ਫਾਲਤੂ ਸਾਹ ਨਹੀਂ ਲੈਂਦਾ। ਜਦ ਕਿਹਾ ਹੁਕਮ ਆਇਆ, ਜਦ ਹੀ ਬੰਦ, ਹੁਕਮ ਹੀ ਬੰਦਾ। ਕਰਤਾ ਉਹੀ ਹੈ, ਅਲੱਗ ਅਪਾਰ। ਅਲੱਗ ਬੈਠਾ ਉਹ, ਮਾਇਆ ਤੋਂ ਲਿਪਤ ਬੈਠਾ। ਅੱਧਾ ਮਾਇਆ ਦੇ ਵਿੱਚ ਹੈ, ਅੱਧਾ ਮਾਇਆ ਤੋਂ ਲਿਪਤ ਹੈ, ਅਲੱਗ ਅਪਾਰ। ਇਸੇ ਕਰਕੇ ਕਿਹਾ ਨਾ ਬਰਮੇ ਕਹਤੇ, ਬਰਮੇ ਘਾਟ ਘੜੀਏ। ਉਹ ਬ੍ਰਹਮ ਦਲਾ ਉਹਦਾ ਹੀ ਰੂਪ ਹੈ ਇਹ। ਬਾਹਰਲਾ ਬਾਹਰਲਾ ਉਹਦਾ ਰੂਪ ਹੈ। ਉਸੇ ਦੇ ਹੁਕਮ ਨਾਲ ਇਹ ਰਚਿਆ ਵਿੱਚ। ਉਹ ਰਚਾਉਣ ਵਾਲਾ ਹੈ, ਰਚਣ ਵਾਲਾ। ਉਹ ਬੋਲਦਾ ਨਹੀਂ, ਪਰ ਆਪ ਉਹ ਹੁਕਮ ਸਪਲਾਈ ਕਰਦਾ, ਨਾਮ ਸਪਲਾਈ ਕਰਦਾ। ਉਹ ਨਾਮ ਨਹੀਂ ਉਹਦਾ ਹੈ, ਨਾਮ ਦਰਗਾਹ ਦਾ ਹੀ ਹੈ। ਸਪਲਾਈ ਉਹ ਕਰਦਾ, ਉਹਦੇ ਥਰੂ ਇਹ ਨਾਮ ਮਿਲਦਾ, ਉਹਦੇ ਥਰੂ ਸੰਪਰਕ ਹੈ। ਸੱਚਖੰਡ ਦਾ ਉਹਦੇ ਥਰੂ ਸੰਪਰਕ ਹੈ, ਉਹਦੇ ਤੇ ਵਿਸ਼ਵਾਸ ਹੈ। ਸ੍ਰਿਸ਼ਟੇ ਭਿਓ ਨ ਜਾਣੈ ਕੋਏ, ਸ੍ਰਿਸ਼ਟਾ ਕਰੇ ਸੁਨਿਚੋ ਹੋਏ। ਸ੍ਰਿਸ਼ਟਾ ਕੌਣ? ਸ੍ਰਿਸ਼ਟੇ ਭਿਓ ਨ ਸ੍ਰਿਸ਼ਟਾ ਜਾਣੈ। ਕੌਣ? ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਹੁਕਮ ਸ੍ਰਿਸ਼ਟ ਹੈ। ਉਹਦਾ ਭੇਦ ਕੋਈ ਨਹੀਂ ਜਾਣਦਾ। ਸ੍ਰਿਸ਼ਟੇ ਦਾ ਭੇਦ ਕੋਈ ਨਹੀਂ ਜਾਣਦਾ। ਸ੍ਰਿਸ਼ਟਾ ਕੌਣ ਹੈ? ਹੁਕਮ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਦਾ ਨਾਮ ਸ੍ਰਿਸ਼ਟ ਹੈ। ਸ੍ਰਿਸ਼ਟ ਹੈ ਭਿਓ ਨ ਜਾਣੈ ਕੋਇ, ਹੁਕਮ ਦਾ ਭੇਦ ਕੋਈ ਨਹੀਂ ਜਾਣਦਾ। ਸ੍ਰਿਸ਼ਟਾ ਕਰੇ ਸੁਨਿਚੋ ਹੋਏ। ਜੋ ਹੁਕਮ ਕਰਦਾ ਹੈ, ਹੁਕਮ ਕਰਦਾ ਹੈ, ਹਾਕਮ ਕਰਦਾ ਹੈ, ਉਹ ਨਾ ਹੋਵੇ, ਹੋ ਨਹੀਂ ਸਕਦਾ। ਡੈਫੀਨੇਟ ਹੋਣਾ, ਉਹ ਉਹੀ ਹੋਣਾ, ਨਿਚੋ ਉਹੀ ਹੋਣਾ ਬਿਲਕੁਲ। ਜੋ ਨੇ ਕਰਨਾ, ਜੋ ਨੇ ਸੋਚਣਾ, ਹੋ ਜਾਣਾ ਜਦੇ ਹੀ। ਜੋ ਕਰਦਾ ਹੁੰਦਾ ਹੀ ਹੁੰਦਾ ਹੈ, ਨਹੀਂ ਰੁਕ ਸਕਦਾ। ਕੋਈ ਰੋਕਣ ਵਾਲੀ ਸ਼ਕਤੀ ਨਹੀਂ ਉਹਨੂੰ। ਸੰਪੈ ਕੋ ਈਸ਼ਰ ਤੇ ਆਈਐ, ਸੰਪੈ ਪੂਰਬ ਲਿਖੇਗੀ ਪਾਈ ਹੈ। ਸੰਸਾਰ ਵਿੱਚ ਸੰਪਤੀ ਵਾਸਤੇ ਲੋਕ ਸ਼ਿਵ ਜੀ ਦੀ ਆਰਾਧਨਾ ਕਰਦੇ ਨੇ। ਸੰਪੈ ਕੋ ਈਸ਼ਰ ਤੇ ਆਈਐ। ਸ਼ਿਵ ਜੀ ਈਸ਼ਰ, ਸ਼ਿਵ ਜੀ ਨੂੰ ਮੰਨਦੇ ਨੇ ਵੀ ਇਹ ਸੰਪਤੀ ਦਿੰਦਾ, ਧਨ ਸੰਪਤੀ ਇਹਦੇ ਕੋਲ ਮਾਲਕ ਹੈ। ਰਾਜਾ ਤਾਂ ਉਹੀ ਦਿੰਦਾ ਨਾ ਹੱਥ ਨਾਲੇ। ਰਾਜਾ ਤਾਂ ਸੰਪਤੀ ਤੇ ਉਹੀ ਬੈਠਾ ਨਾ ਮਾਲਕ। ਰਾਜੇ ਨੂੰ ਧਿਆਉਣ ਦੀ ਲੋੜ ਨਹੀਂ ਹੁੰਦੀ।
ਰਾਜੇ ਦੀ ਖਿਦਮਤ ਕਰਨ ਦੀ ਲੋੜ ਹੁੰਦੀ। ਧਿਆਨ ਦੇ ਨਾਲ ਜੋਗੀ ਦੇ ਰਿਹਾ ਹੈ। ਉਹ ਸ਼ਕਤੀਆਂ ਨੇ, ਸ਼ਿਵ ਜੀ ਕੋਲ ਸ਼ਕਤੀਆਂ ਨੇ, ਪ੍ਰੈਕਟੀਕਲੀ ਪੈਸਾ ਕੋਈ ਨਹੀਂ ਹੋਣਾ। ਲੋਕਾਂ ਦੀ ਇਹ ਮੰਨਣਾ ਵੀ ਸ਼ਿਵ ਜੀ ਨੂੰ ਧਿਆਈਏ ਜੇ ਸੰਪਤੀ ਧਨ ਦੌਲਤ ਇਹਦੇ ਕੰਟਰੋਲ 'ਚ ਹੈ, ਪਰਮੇਸ਼ਰ ਦੇ ਕੰਟਰੋਲ 'ਚ ਹੈ, ਰਾਜੇ ਦੇ ਕੰਟਰੋਲ 'ਚ ਨਹੀਂ ਹੈ। ਇਹ ਮਿਲ ਸਕਦੀ ਹੈ। ਰਾਜੇ ਨੂੰ ਵੀ ਸ਼ਿਵ ਜੀ ਤੋਂ ਹੀ ਮਿਲੀ ਹੋਈ ਹੈ, ਸ਼ਿਵ ਤੋਂ ਹੀ ਮਿਲੀ ਹੋਈ ਹੈ। ਇਹ ਸ਼ਿਵ ਜੀ ਦੇ ਭਗਤਾਂ ਦੀ ਮੰਨਣਾ, ਰਾਜੇ ਦੇ ਭਗਤ ਨਹੀਂ ਮੰਨਦੇ। ਰਾਜੇ ਦੇ ਭਗਤ ਇਹ ਮੰਨਦੇ ਨੇ ਸ਼ਿਵ ਜੀ ਆਪੇ ਮਿਲਾਂਗਾ, ਤੁਹਾਨੂੰ ਕੀ ਦੇ ਦੂ। ਜਿਹੜਾ ਆਪੇ ਨਹੀਂ, ਜਿਹਦੇ ਕੋਲ ਕੁਝ ਆਪੇ ਲੈ ਲਵੇ। ਲੋਕਾਂ ਨੇ ਕਿਉਂ ਘਰ ਰੋਟੀਆਂ ਖਾਂਦਾ ਫਿਰਦਾ, ਉਹ ਇਹ ਕਹਿੰਦੇ ਨੇ। ਇਸ ਕਰਕੇ ਸ਼ਿਵ ਪੁਰਾਣ ਔਰ ਵਿਸ਼ਨੂੰ ਪੁਰਾਣ ਆਪਸ ਵਿੱਚ ਇਹਨਾਂ ਦੇ ਮਤਭੇਦ ਨੇ। ਵਿਸ਼ਨੂੰ ਦੇ ਭਗਤ ਸ਼ਿਵ ਜੀ ਨੂੰ ਚੰਗਾ ਨਹੀਂ ਸਮਝਦੇ, ਸ਼ਿਵ ਦੇ ਭਗਤ ਵਿਸ਼ਨੂੰ ਨੂੰ ਚੰਗਾ ਨਹੀਂ ਸਮਝਦੇ। ਵੀ ਇਹ ਤਾਂ ਲੁਟੇਰਾ, ਲੋਕਾਂ ਦੇ ਜ਼ਬਰਦਸਤੀ ਪੈਸੇ ਵਸੂਲ ਕਰਦਾ, ਦੂਏ ਮੁਲਕਾਂ ਦੇ ਚੜ੍ਹ ਕੇ ਚਲੇ ਜਾਂਦਾ, ਰਾਜਿਆਂ ਨੂੰ ਜਿੱਤ ਲੈਂਦਾ, ਫੌਜਾਂ ਨੂੰ ਮਾਰ ਦਿੰਦਾ, ਤੁਹਾਨੂੰ ਦਾ ਖੋਹ ਲੈਂਦਾ, ਉਹਦੀ ਸੰਪਤੀ ਦਾ ਕਬਜ਼ਾ ਕਰ ਲੈਂਦਾ। ਇਹਦਾ ਲੁਟੇਰਾ। ਉਹ ਕਹਿੰਦੇ ਨੇ ਤਾਂ ਵਿਹਲੜ ਹੈ, ਟੱਕਾ ਨਹੀਂ ਤੋੜਦਾ। ਉਹਦੀਆਂ ਔਗਣ ਬਣਾਉਂਦੇ ਨੇ, ਉਹਦੇ ਔਗਣ ਬਣਾਉਂਦੇ। ਦੋ ਹੀ ਆਦਮੀ ਨੇ ਨਾ, ਦੇਹਧਾਰੀ ਨੇ ਦੋ। ਪਰ ਲੋਕ ਇੱਥੇ ਈਸ਼ਵਰ ਦੀ ਗੱਲ ਕੀਤੀ। ਈਸ਼ਵਰ ਨੂੰ ਤੇ ਆਉਂਦੇ, ਈਸ਼ਵਰ ਆਦਮੀ ਨੂੰ ਕਹਿੰਦੇ ਨੇ। ਈਸ਼ਵਰ ਜਿਹੜਾ ਲਫ਼ਜ਼ ਹੈ ਸਿਰਫ ਆਦਮੀ ਵਾਸਤੇ ਆਇਆ ਹੋਇਆ। ਈਸ਼ਵਰ ਲਫ਼ਜ਼ ਕਿਤੇ ਨਹੀਂ ਆਇਆ ਗੁਰਬਾਣੀ 'ਚ, ਈਸ਼ਵਰ ਆਇਆ ਹੋਇਆ। ਈਸ਼ਵਰ ਔਰ ਪਰਮੇਸ਼ਰ ਵਾਸਤੇ ਲਫ਼ਜ਼ ਵਰਤ ਲਿਆ। ਇਹੀ ਗਲਤੀ ਕੀਤੀ ਸੀ, ਆਦਮੀ ਨੂੰ ਪਰਮੇਸ਼ਰ ਬਣਾਇਆ ਹੈ। ਸਾਡੇ ਈਸ਼ਵਰ ਦੀ ਜਗ੍ਹਾ ਪਰਮੇਸ਼ਵਰ ਆਇਆ ਹੈ ਲਫ਼ਜ਼। ਪਰਮ ਈਸ਼ਵਰ, ਜਿਹੜੇ ਸਾਰੇ ਈਸ਼ਵਰ ਨੇ ਨਾ, ਜਿੰਨੇ ਸੱਚਖੰਡ 'ਚ ਸਾਰੇ ਈਸ਼ਵਰ ਨੇ, ਉਹ ਸਮੁੱਚਿਆਂ ਦਾ ਨਾਮ ਪਰਮੇਸ਼ਵਰ ਹੈ। ਸਮੁੱਚਿਆਂ ਦੀ ਰਹਿ ਦਾ ਨਾਮ। ਜਿਵੇਂ ਇੱਕ ਸਿਪਾਹੀ ਹੁੰਦਾ, ਕਲੈਕਟਿਵ ਸਾਰੇ ਸਿਪਾਹੀਆਂ ਦਾ ਅਰਥ ਨਾਮ ਹੈ ਫੌਜ। ਇਸ ਤਰ੍ਹਾਂ ਦੀ ਫੌਜ ਦਾ ਨਾਮ, ਇਸ ਤਰ੍ਹਾਂ ਦੇ ਸਮੂਹ ਦਾ ਨਾਮ ਪਰਮੇਸ਼ਵਰ। ਜਿਵੇਂ ਇੱਕ ਹੁੰਦੀ ਹੈ ਬੂੰਦ, ਇੱਕ ਹੈ ਸਮੁੰਦਰ। ਬੂੰਦ ਇੱਕ ਹੈ ਤੇ ਬੂੰਦਾਂ ਦੇ ਸਮੂਹ ਦਾ ਨਾਮ, ਸਾਰੀਆਂ ਬੂੰਦਾਂ ਜਿੱਥੇ ਇਕੱਠੀਆਂ ਨੇ ਉਹਦਾ ਨਾਮ ਹੈ ਸਮੁੰਦਰ। ਪਰਮੇਸ਼ਵਰ ਸਮੁੰਦਰ ਰੂਪ ਹੈ, ਈਸ਼ਵਰ ਬੂੰਦ ਰੂਪ ਹੈ। ਬਸ। ਸਾਗਰ में बूंद, बूंद में सागर। ਇਹ ਤਾਂ ਇਹੀ ਗੱਲ ਕਹੀ ਹੋਈ। ਈਸ਼ਵਰ ਲਫ਼ਜ਼ ਆਦਮੀ ਵਾਸਤੇ ਆਇਆ, ਇੱਥੇ ਭੁਲੇਖਾ ਪਿਆ ਹੈ। ਇਹ ਭੁਲੇਖਾ ਗੁਰਬਾਣੀ ਨੇ ਕੱਢਿਆ। ਈਸ਼ਵਰ ਆਦਮੀ ਵਾਸਤੇ ਲਫ਼ਜ਼ ਆਇਆ ਹੈ। ਜਿਹੜੇ ਕਹਿੰਦੇ ਨੇ ਈਸ਼ਵਰ ਅੱਲਾ ਤੇਰੇ ਨਾਮ, ਇਹ ਗਲਤ ਹੈ, ਕੱਚੀ ਬਾਣੀ। ਉਹਦਾ ਨਾਮ ਈਸ਼ਵਰ ਅੱਲਾ ਕਿੱਥੇ? ਅੱਲਾ ਵਾਲੇ ਤਾਂ ਕੁਝ ਹੋਰ ਮੰਨਦੇ ਨੇ। ਅੱਲਾ ਵਾਲਿਆਂ ਨੇ ਤਾਂ ਫੋਟੋ ਬਣਾਈ ਨਹੀਂ, ਆਦਮੀ ਨੂੰ ਮੰਨਿਆ ਨਹੀਂ। ਅੱਲਾ ਵਾਲੇ ਨਹੀਂ ਮੰਨਦੇ। ਅੱਲਾ ਨੂੰ ਤਾਂ ਕਬੀਰ ਕਹਿੰਦਾ, ਅੱਲਾ ਲਹੂ ਤਾਂ ਕਿਆ ਕਹੂੰ। ਜੇ ਮੈਂ ਅੱਲਾ ਨੂੰ ਦੇਖਾਂ ਤਾਂ ਕਹੂੰ ਕੀ? ਕਹੂੰ ਤਾਂ ਕੋ ਉਪਕਾਰ, ਕੋਈ ਉਪਕਾਰ ਹੈ ਕਹੂੰ ਅੱਲਾ। ਉਹ ਅੱਲਾ ਹੁਕਮ ਨੂੰ ਕਹਿ ਰਿਹਾ, ਪਰਮੇਸ਼ਵਰ ਨੂੰ ਕਹਿ ਰਿਹਾ ਕਬੀਰ। ਕਿਵੇਂ ਪਤਾ ਲੱਗੂ ਅੱਲਾ ਕਹਿ ਰਿਹਾ? ਅੱਬਲ ਅੱਲੋ ਨੂਰ ਉਪਾਇਆ, ਜਿਹਨੇ ਨੂਰ ਪੈਦਾ ਕੀਤਾ ਹੁਕਮ ਨੇ ਕੀਤਾ। ਇਹਦਾ ਮਤਲਬ ਅੱਲੋ ਲਫ਼ਜ਼ ਵਰਤਿਆ ਪਰਮੇਸ਼ਰ ਵਾਸਤੇ ਮੁਸਲਮਾਨਾਂ ਨੇ। ਇਸ ਕਰਕੇ ਮੁਸਲਮਾਨ ਨੂੰ ਕਾਣਾ ਮੰਨਿਆ, ਹਿੰਦੂ ਨੂੰ ਨਾ ਮੰਨਿਆ ਹੋਇਆ। ਕੋਈ ਗਰਾਊਂਡ ਹੈ ਬਾਣੀ ਦੇ ਵਿੱਚ ਮੰਨਣ ਦੀ? ਉਹਦੇ ਬਿਲਕੁਲ ਹੀ ਆਦਮੀ ਨੂੰ ਉਹਨਾਂ ਨੇ ਤਾਂ ਬਣਾਤਾ ਪਰਮੇਸ਼ਰ। ਪਰਮੇਸ਼ਰ ਦਾ ਛੱਡੇ ਦਿੱਤਾ, ਖੜਾ ਹੀ ਛੱਡਤਾ ਵੀ ਇਹ ਨਹੀਂ ਲੱਭਣਾ ਆਪਾਂ ਨੂੰ, ਆਦਮੀ ਲੱਭ ਲਓ ਕੋਈ ਚੰਗਾ ਜਿਹਾ। ਉਹਨਾਂ ਨੇ ਖੋਜ ਬੰਦ ਕਰਤੀ। ਆਦਮੀ ਲੱਭ ਲਿਆ ਇੱਕ ਚੰਗਾ, ਜਿਹੜਾ ਆਪ ਨੂੰ ਚੰਗਾ ਲੱਗਦਾ ਸੀ, ਉਹਨੂੰ ਕਹਿ ਦਿੱਤਾ ਵੀ ਇਹੀ ਹੈ ਬਈ ਜੋ ਕੁਛ ਹੈ।
ਛੱਡੋ ਪਰੇ ਪਰਮੇਸ਼ਰ ਦੇ, ਪਰ ਕੀ ਲੈਣਾ। ਸਾਰੇ ਰਿਸ਼ੀ ਮੁਨੀਆਂ ਨੇ ਇਕੱਠਾ ਹੋ ਕੇ ਰਾਮਚੰਦਰ ਨੂੰ ਕਹਿ ਦਿੱਤਾ ਵੀ ਚਲੋ ਜੀ ਇਸ ਨੂੰ ਮੰਨ ਲਓ ਰੱਬ, ਇਹ ਉਹਦਾ ਹੀ ਰੂਪ ਹੈ, ਇਹ ਦੇਹ ਧਾਰ ਕੇ ਆਇਆ। ਨਾਲੇ ਕਹਿੰਦੇ ਨੇ ਉਹ ਦੇਹ ਧਾਰਦਾ ਨਹੀਂ, ਨਾਲੇ ਦੇਹ ਧਾਰ ਕੇ ਆਇਆ। ਅਸਲ 'ਚ ਹਾਰ ਮੰਨ ਗਏ, ਜਾਂ ਲੱਭਿਆ ਨਹੀਂ ਹਾਰ ਮੰਨ ਗਏ। ਹਾਰੀਆਂ ਹੋਈਆਂ ਮੱਤਾਂ ਨੇ ਸਾਰੀਆਂ ਇਹ, ਜਾਂ ਮਿਲਿਆ ਨਹੀਂ ਕੁਝ, ਹਾਰ ਮੰਨ ਗਏ। ਇਹਦੇ ਨਾਲ ਗਾਹਾਂ ਇਸਲਾਮ ਮਤ ਲੱਭਿਆ ਉਹਨਾਂ ਨੂੰ ਨਹੀਂ, ਲੱਭਿਆ ਉਹਨਾਂ ਨੂੰ ਨਹੀਂ, ਉਹ ਵੀ ਖੜ ਗਏ ਉੱਥੇ ਹੀ, ਹਾਰ ਉਹਨਾਂ ਨੂੰ ਵੀ ਬੋਲੀ। ਇਸ ਕਰਕੇ ਕੁਰਾਨ ਦਾ ਵਿਸ਼ਾ ਇਹ ਨਹੀਂ ਬਣਾਇਆ ਕਿ ਇੱਕ ਕੀ ਹੈ, ਇੱਕ ਕੀ ਹੈ, ਕੁਰਾਨ ਦਾ ਵਿਸ਼ਾ ਨਹੀਂ ਬਣਾਇਆ। ਇਹ ਜ਼ਰੂਰ ਕਿਹਾ ਵਿਸ਼ਾ ਕੀ ਬਣਾਇਆ ਕਿ ਜੋ ਤੁਹਾਨੂੰ ਕਿਹਾ, ਕਿਤਾਬ ਭੇਜੀ ਹੈ ਤੁਹਾਨੂੰ, ਜਿਵੇਂ ਆਪਣੇ ਗੁਰਬਾਣੀ ਹੈ ਅੱਲਾਹ ਨੇ, ਤੁਸੀਂ ਉਹ ਗੱਲਾਂ ਮੰਨਦੇ ਨਹੀਂ, ਇਸ ਕਰਕੇ ਤੁਹਾਨੂੰ ਦੁੱਖ ਮਿਲਦੇ। ਆਹ ਡਰ ਉਹਨਾਂ ਨੇ ਰੱਖੇ। ਜੇ ਜੀਵਨ ਗੁਰਬਾਣੀ ਅਨੁਸਾਰ ਬਤੀਤ ਕਰੋਗੇ, ਉਹਨਾਂ ਦੀਆਂ ਕਲਾਮਾਂ ਨੇ ਉਹਦੇ ਅਨੁਸਾਰ ਬਤੀਤ ਕਰੋਗੇ। ਕੁਰਾਨ ਹੱਕ ਹਲਾਲ ਕੁਰਾਨ ਬਾਣੀ ਵੀ ਬਣਦੀ ਹੈ, ਹੱਕ ਹਲਾਲ ਦੀ ਗੱਲ ਕੁਰਾਨ ਕਰਦੀ ਹੈ। ਜੇ ਕੁਰਾਨ ਅਨੁਸਾਰ ਜੀਵਨ ਬਤੀਤ ਕਰੋਗੇ ਸੁੱਖ 'ਚ ਰਹੋਗੇ। ਲੜਾਈ ਝਗੜੇ ਤੁਹਾਡੇ ਨਹੀਂ ਹੋਣੇ, ਮੁੱਕ ਜਾਣਗੇ। ਸਾਰੀ ਦੁਨੀਆ ਸੁਖੀ ਬਸ ਸਕਦੀ ਹੈ। ਪਰ ਕੁਰਾਨ ਦੇ ਨਾਂ 'ਤੇ, ਕੁਰਾਨ ਦਾ ਗਿਆਨ ਅਧੂਰਾ ਹੈ, ਅਧੂਰੇ ਗਿਆਨ ਦੇ ਨਾਂ 'ਤੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਬੇਵਕੂਫੀ ਹੈ। ਪੂਰਾ ਵੀ ਗਿਆਨ ਹੋਵੇ, ਪਰਮੇਸ਼ਰ ਕੋ ਪੂਰਾ ਗਿਆਨ, ਜ਼ਬਰਦਸਤੀ ਤਾਂ ਉਹ ਵੀ ਨਹੀਂ ਕਰ ਰਿਹਾ ਸਾਡੇ ਨਾਲ। ਕਿ ਉਹ ਜ਼ਬਰਦਸਤੀ ਨਹੀਂ ਬਣਾ ਸਕਦਾ ਸਾਰਿਆਂ ਨੂੰ ਮੁਸਲਮਾਨ, ਜੇ ਉਹਨੇ ਬਣਾਉਣਾ ਹੋਵੇ। ਕਿ ਉਹ ਜ਼ਬਰਦਸਤੀ ਆਪਣਾ ਨਹੀਂ ਬਣਾ ਸਕਦਾ ਹੁਕਮ ਸਾਰਿਆਂ ਨੂੰ, ਜ਼ਬਰਦਸਤੀ ਕਰਦਾ ਨਹੀਂ ਉਹ। ਧਰਮ ਦੇ ਵਿੱਚ ਜ਼ਬਰਦਸਤੀ ਕਰਨੀ ਜ਼ੁਲਮ, ਧਰਮ ਦੇ ਵਿੱਚ ਜ਼ੋਰ ਅਜਮਾਈ ਜ਼ੁਲਮ ਹੈ। ਪ੍ਰੈਸ ਕਰਨਾ ਕਿਸੇ ਨੂੰ ਜੁਰਮ ਹੈ, ਉਪਦੇਸ਼ ਕਰਨਾ ਨਹੀਂ ਜੁਰਮ, ਪ੍ਰੈਸ ਕਰਨਾ ਜੁਰਮ। ਜ਼ੋਰ ਕੀਏ ਸੋ ਜ਼ੁਲਮ ਹੈ। ਕੁਰਾਨ ਵੀ ਮੰਨਦੀ ਹੈ, ਜਦ ਕੁਰਾਨ ਮੰਨਦੀ ਹੈ ਜ਼ੋਰ ਕੀਏ ਸੋ ਜ਼ੁਲਮ ਹੈ, ਫਿਰ ਉਹ ਕਾਹਦੇ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਬੰਦੂਕ ਦੇ ਜ਼ੋਰ ਨਾਲ ਮੁਸਲਮਾਨ ਬਣਾ ਦਾਂਗੇ। ਇਸਲਾਮ ਤੋਂ ਖਿਲਾਫ ਨੇ ਲੋਕ। ਇਸ ਕਰਕੇ ਇਸਲਾਮ ਨੂੰ ਜਾਣਨ ਵਾਲੇ, ਜਿਹੜੇ ਇਸਲਾਮਿਕ ਧਰਮ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਇਹ ਅੱਤਵਾਦੀ ਸਾਰੇ ਗੈਰ ਇਸਲਾਮਿਕ ਨੇ, ਇਸਲਾਮ ਨਾਲ ਇਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਇਵੇਂ ਸਾਡੇ ਸਿੱਖ ਤੇ ਬੰਦੂਕ ਦੇ ਜ਼ੋਰ ਨਾਲ ਸਿੱਖ ਬਣਾ ਲਾਂਗੇ। ਕਿੱਥੇ ਲਿਖਿਆ? ਪਰਮੇਸ਼ਰ ਬਣਾ ਦੂ ਤੁਹਾਡੇ ਕੋਲ ਬੰਦੂਕ ਤਕੜੀ। ਤੁਸੀਂ ਬੰਦੂਕ ਦੇ ਜ਼ੋਰ ਨਾਲ ਸੂਰਜ ਚੜ੍ਹਨਾ ਬੰਦ ਕਰ ਦਿਓ 2 ਦਿਨ, ਫਿਰ ਅਸੀਂ ਮੰਨ ਲਾਂਗੇ ਤੁਸੀਂ ਸਿੱਖ ਬਣਾ ਦੋਗੇ ਸਾਰਿਆਂ ਨੂੰ। ਇੱਕ ਦਿਨ ਸੂਰਜ ਨੂੰ ਡਰਾ ਕੇ ਪਿੱਛੇ ਮੋੜ ਦੋ, ਚੜ੍ਹ ਨਹੀਂ ਦਿੰਦੇ ਅਸੀਂ। ਇਹ ਹਵਾ ਦਾ ਰੁਖ ਮੋੜ ਦੋ, ਯਾਰ ਆਪ ਨੂੰ ਡਰਾ ਕੇ ਵੀ ਪਾ ਲਓ, ਕੁਛ ਉਹਨੂੰ ਡਰਾ ਕੇ ਕਰੋ ਜਿਹਦਾ ਹੁਕਮ ਚੱਲਦਾ ਹੈ। ਫਿਰ ਪਬਲਿਕ ਨੂੰ ਡਰਾਓਗੇ। ਪਬਲਿਕ ਚੱਲਦੀ ਹੈ ਉਹਦੇ ਹੁਕਮ ਦੇ ਵਿੱਚ, ਉਹਦੇ ਹੁਕਮ 'ਚ ਚੱਲੂਗੀ। ਕਿਸੇ ਦੀ ਹਸਤੀ ਨਹੀਂ ਜੋ ਪਬਲਿਕ ਨੂੰ ਡਰਾ ਕੇ ਕਿਸੇ ਪਾਸੇ ਦੂਏ ਮੋੜ ਦੂ। ਕੌਣ ਮੋੜ ਦੂਗਾ? ਜਿਹੜਾ ਸੋਚਦਾ ਬਦਦਮਾਗ ਹੈ, ਉਹ ਉਹਦੀ ਖੋਪੜੀ ਸੜ ਚੁੱਕੀ, ਗਲ ਚੁੱਕੀ, ਉਹਦੀ ਮੌਤ ਹੋਣੀ ਨਿਸ਼ਚਿਤ ਹੈ। ਹੰਕਾਰ ਨਾਲ ਉਹਨੂੰ ਕੁਛ ਨਹੀਂ ਪਤਾ ਕੀ ਹੈ। ਇਹ ਤਾਂ ਉਹਦੀ ਖੇਡ ਹੈ, ਉਹਦਾ ਭਾਣਾ ਜਿਵੇਂ ਵਰਤਦਾ। ਜੇ ਗਲਤ ਵੀ ਇੱਥੇ ਪਰੰਪਰਾਵਾਂ ਚੱਲਦੀਆਂ ਨੇ, ਫਿਰ ਵੀ ਉਹਦੇ ਭਾਣੇ ਜੇ ਚੱਲਦੀਆਂ ਨੇ। ਸਾਰਾ ਕੁਝ ਖਾਂਦੇ ਹਾਂ ਅਸੀਂ, ਕਦੇ ਖੱਟਾ ਖਾਂਦੇ ਹਾਂ, ਕਦੇ ਮਿੱਠਾ ਖਾਂਦੇ ਹਾਂ, ਕਦੇ ਨਮਕੀਨ ਖਾਂਦੇ ਹਾਂ। ਲੋੜ ਹੈ, ਸੰਸਾਰ ਹੈ। ਸੰਸਾਰ ਨੂੰ ਗਿਆਨ ਦੇਣ ਵਾਸਤੇ ਕਦੇ ਕਦੇ ਅਗਿਆਨਤਾ ਦੇ ਰੋਜ਼ ਐਕਸੀਡੈਂਟ ਵੀ ਹੁੰਦੇ ਨੇ, ਸੱਟਾਂ ਲੱਗਦੀਆਂ। ਕਿਉਂ ਲੱਗਦੀਆਂ? ਉਹ 'ਚੋਂ ਵੀ ਗਿਆਨ ਮਿਲਦਾ। ਬੱਚੇ ਨੇ ਸਾਈਕਲ ਲੈ ਕੇ ਦਿੰਦੇ ਆ, ਚੀਜ਼ਾਂ ਨੇ ਖਿਡੌਣੇ ਲੈ ਕੇ ਦਿੰਦੇ ਆ, ਸੱਟਾਂ ਖਾ ਲੈਂਦੇ ਨੇ, ਉਹ 'ਚੋਂ ਵੀ ਗਿਆਨ ਮਿਲਦਾ। ਸੱਟ 'ਚੋਂ ਵੀ
ਬਿਜਲੀ ਹੈ, ਇਹਨਾਂ ਨੂੰ ਕਿੰਨੇ ਨੁਕਸਾਨ ਹੁੰਦੇ ਨੇ, ਬੰਦੇ ਮਰ ਜਾਂਦੇ ਨੇ। ਉਹ 'ਚੋਂ ਵੀ ਗਿਆਨ ਮਿਲਦਾ, ਭਾਈ ਐਂ ਨਾ ਕਰੋ, ਐਂ ਕਰੋ, ਐਂ ਵਰਤੋ। ਹਰ ਚੀਜ਼ 'ਚੋਂ ਗਿਆਨ ਮਿਲਦਾ ਹੈ। ਆਪੇ ਛੱਡ ਦਿੰਦੇ ਨੇ ਲੋਕ, ਪੁੱਠੇ ਰਾਹ ਪੈ ਕੇ ਆਪੇ ਛੱਡ ਦਿੰਦੇ ਨੇ। ਜਾਂ ਉਹ 'ਚੋਂ ਰਿਜ਼ਲਟ ਨਿਕਲਦੇ ਨੇ ਪੁੱਠੇ, ਆਪੇ ਹਟ ਜਾਂਦੇ ਨੇ। ਨਵੇਂ ਕੰਮ ਸ਼ੁਰੂ ਕਰ ਲੈਂਦੇ ਨੇ, ਅਕਲ ਥੋੜ੍ਹੀ ਹੈ ਨਾ, ਨਵੇਂ ਰਾਹ ਕੱਢ ਲੈਂਦੇ ਨੇ। ਕੁਛ ਆਦਮੀ ਸਿਆਣੇ ਬਣ ਕੇ ਵਿਦਵਾਨ ਪ੍ਰਚਾਰ ਦਿੰਦੇ ਨੇ, ਲੋਕ ਉਹਨਾਂ ਦੀ ਮਗਰ ਲੱਗ ਜਾਂਦੇ ਨੇ। ਜਦ ਦੇਖਦੇ ਨੇ ਨੁਕਸਾਨ ਵੀ ਛੱਡ ਦਿੰਦੇ ਨੇ। ਇਸ ਤਰੀਕੇ ਨਾਲ ਵੀ ਗਿਆਨ ਦੁਨੀਆ ਹੌਲੀ 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 ਉੱਤੇ ਨੂੰ ਜਾ ਰਿਹਾ। ਗਿਆਨ ਦੇ ਤਰੀਕੇ ਇਹ ਨੇ, ਹੋਰ ਕੀ ਹੈ। ਸੰਪੇ ਕੋ ਈਸ਼ਰ ਧਿਆਈਐ, ਸੰਪੇ ਪੂਰਬ ਲਿਖੇ ਕੀ ਪਾਈਐ। ਇੱਕ ਪਾਸੇ ਤਾਂ ਕਹਿੰਦੇ, ਇੱਕ ਪਾਸੇ ਤਾਂ ਤੁਸੀਂ ਈਸ਼ਰ ਹਿੰਦੂ ਨੇ ਨਾ ਸਾਰੇ ਜਿਹਨਾਂ ਨੂੰ ਗੱਲ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ, ਉਹ ਹਿੰਦੂ ਨੇ ਉਸ ਵੇਲੇ। ਇਹਨਾਂ ਦੇ ਆਪਣੇ ਹੀ ਨੇ, ਜਿਹੜੇ ਖਾਨਦਾਨ 'ਚ ਪੈਦਾ ਹੋਏ ਨੇ, ਉਹੀ ਬੰਦੇ ਨੇ, ਆਪਣੇ ਬਜ਼ੁਰਗ ਨੇ, ਪੂਰਵਜ ਨੇ। ਕਹਿੰਦੇ ਨਾਲੇ ਤਾਂ ਇਹਨੂੰ ਸ਼ਿਵ ਜੀ ਨੂੰ ਤੇ ਹੋਣੇ ਹੋ ਤੁਸੀਂ ਬਈ, ਨਾਲੇ ਮੰਨਦੇ ਹੋ ਪੂਰਬ ਲਿਖੇ ਦਾ ਭਾਈ, ਇਹ ਪਰਮੇਸ਼ਰ ਦੇ ਹੁਕਮ ਨਾਲ ਮਿਲਦਾ ਸਭ ਕੁਝ। ਫਿਰ ਇਹਨੂੰ ਕਾਹਦੇ ਤੇ ਹੋਣੇ? ਉਹੀ ਗੱਲ ਅੱਜ ਸਾਡੇ ਤੇ ਲਾਗੂ ਹੈ। ਜੇ ਪਰਮੇਸ਼ਰ ਦੇ ਹੁਕਮ ਨਾਲ ਮਿਲਦਾ, ਵੀ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਿਉਂ ਕਰਦੇ ਹੋ? ਕਿਉਂ ਕਰਦੇ ਹੋ ਨਾ? ਜੇ ਉਹ ਹੋਰ ਕੁਝ ਕਰ ਦਿੰਦੇ, ਅਸੀਂ ਉਦੋਂ ਕੁਝ ਦੁਆ ਕਰਨ ਲੱਗ ਗਏ। ਕੰਮ ਉਹੀ ਹੈ, ਫਰਕ ਕੋਈ ਨਹੀਂ ਪਿਆ। ਉਹ ਕਹਿੰਦੇ ਤੇ ਉਹਨਾਂ ਨੇ ਮੂਰਤੀ ਪੂਜੀ ਸੀ, ਅਸੀਂ ਗ੍ਰੰਥ ਸਾਹਿਬ ਪੂਜਣ ਲੱਗ ਗਏ। ਬਸ ਗਲਤ ਮੂਰਤੀ ਪੂਜਾ ਹੀ ਹੈ। ਉਹ ਤਾਂ ਕਹਿੰਦੇ ਨੇ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਜਦ ਬਿਨਾਂ ਬੋਲੇ ਦੇ ਸਭ ਕੁਝ ਜਾਣਦਾ, ਅਰਦਾਸ ਕਿਹਦੇ ਅੱਗੇ ਕਰਨੀ ਹੈ? ਪਰ ਕਿਉਂ ਸਾਰਾ ਦਿਨ ਅਰਦਾਸਾਂ ਕਰੀ ਜਾਂਦੇ ਹੋ? ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਰਦੇ ਹੋ? ਭਰੋਸਾ ਨਹੀਂ ਹੈ ਬਾਣੀ ਤੇ ਬਿਲਕੁਲ ਵੀ। ਜਿਹੜੇ ਆਗੂ ਨੇ ਉਹਨਾਂ ਨੂੰ ਭਰੋਸਾ ਨਹੀਂ, ਤੁਹਾਨੂੰ ਕਿਵੇਂ ਹੋ ਜੂ? ਪਬਲਿਕ ਨੂੰ ਕਿਵੇਂ ਹੋਵੇ? ਸਿਰਫ ਆਗੂਆਂ ਨੇ ਬੇੜਾ ਗਰਕ ਕੀਤਾ ਹੋਇਆ। ਅਰਦਾਸ ਕਰਨੀ ਹੈ, ਹੁਣ ਇੱਕ ਨਵਾਂ ਸਿਸਟਮ ਕਰਤਾ, ਗ੍ਰੰਥੀ ਦੇ ਅਰਦਾਸ ਕਰਾਉਣੀ, ਉਹਦੀ ਮੁੱਠੀ 'ਚ ਪੈਸੇ ਫੜਾਓ। ਹੁਣ ਤਾਂ ਮੌਜ ਬਣ ਗਈ। 100 ਵਾਰ ਜਿੰਨੀ ਅਰਦਾਸ ਹੋਣੇ ਪੈਸੇ ਬਣ ਗਏ। ਇਹ ਨਵਾਂ ਸਿਸਟਮ ਇੱਕ ਕਰਪਸ਼ਨ ਹੈ। ਇਹ ਤਾਂ ਕਰਪਸ਼ਨ ਹੈ ਨਹੀਂ। ਕਰਪਸ਼ਨ ਹੋਰ ਕੀ ਹੁੰਦੀ ਹੈ? ਦਸਮ ਪਾਤਸ਼ਾਹ ਨੇ ਲਿਖਿਆ, ਉਹ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ। ਤੇ ਜੇ ਸਿਫਾਰਿਸ਼ ਨਹੀਂ ਮੰਨਦਾ ਤਾਂ ਫਿਰ ਤੁਸੀਂ ਅਰਦਾਸ ਕਾਹਦੇ ਕਰਦੇ ਹੋ? ਉਹਨੂੰ ਕਹਿੰਦਾ ਆਪ ਕਰ ਲੈ ਅਰਦਾਸ। ਕਹਿੰਦਾ ਵੀ ਮੈਨੂੰ ਚਾਹੀਦੀ ਹੈ ਗੱਡੀ, ਮੈਂ ਤਾਂ ਉਹਦੇ ਮੰਗਣ ਜਾਣਾ ਨਹੀਂ, ਤੂੰ ਮੈਨੂੰ ਮੰਗ ਕੇ ਲਿਆ ਦੇ। ਮੈਂ ਤਾਂ ਅਰਦਾਸ ਕਰ ਚੀਜ਼ ਮੈਨੂੰ ਚਾਹੀਦੀ ਹੈ, ਅਰਦਾਸ ਗ੍ਰੰਥੀ ਕਰੇ, ਉਹ ਕਹਿ ਦਊ ਤੁਹਾਨੂੰ। ਕਿਉਂ ਲਵੇ ਉਹ ਤੁਹਾਨੂੰ? ਉਹਨੂੰ ਨਹੀਂ ਪਤਾ ਵੀ ਚਾਹੀਦੀ ਤੇ ਤੂੰ ਆਪ ਕਦ ਨਹੀਂ ਕਰਦਾ? ਆਪ ਤੁਹਾਨੂੰ ਕਿਉਂ ਮਿਲੇ? ਤੁਸੀਂ ਤਾਂ ਹੰਕਾਰੀ ਹੋ, ਆਪ ਮੰਗਣਾ ਨਹੀਂ ਚਾਹੁੰਦੇ। ਜਾਂ ਫਿਰ ਤੁਸੀਂ ਅਧਿਕਾਰੀ ਨਹੀਂ, ਵੀ ਮੇਰੇ ਕਹੇ ਤੇ ਮੈਨੂੰ ਦੇਣਾ ਨਹੀਂ। ਜਾਂ ਤੁਹਾਨੂੰ ਇਹ ਵੀ ਮੇਰੇ ਕਹੇ ਤੇ ਦੇਣੀ ਨਹੀਂ ਮੈਨੂੰ। ਕਿਉਂ ਨਹੀਂ ਦੇਣੀ ਬਈ ਤੈਨੂੰ? ਕਿਉਂ ਨਹੀਂ ਦੇਣੀ? ਜਾਂ ਤੁਹਾਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਨਹੀਂ, ਫਿਰ ਤੁਸੀਂ ਸਿੱਖੇ ਨਹੀਂ। ਜੇ ਤੁਹਾਨੂੰ ਆਪਣੀ ਅਰਦਾਸ ਤੇ ਵਿਸ਼ਵਾਸ ਨਹੀਂ, ਫਿਰ ਤੁਸੀਂ ਕੌਣ ਕਹਿੰਦਾ ਤੁਸੀਂ ਸਿੱਖੋ? ਫਿਰ ਜੇ ਉਹਦਾ ਸਿੱਖੇ ਕਿਉਂ ਦੇਵੇ? ਕਿਉਂ ਦੇਵੇ? ਇਹ ਸਭ ਕਰਪਸ਼ਨ ਚੱਲਦੀ ਹੈ ਧਰਮ ਦੇ ਨਾਂ ਤੇ। ਕਰਪਟ ਹੱਦ ਤੋਂ ਜ਼ਿਆਦਾ ਕਰਪਟ ਕਰਤਾ ਧਰਮ ਸਾਰਾ। ਇਹਨਾਂ ਦਾ ਹਿੰਦੂਆਂ ਦੇ ਵੇਲੇ ਨਹੀਂ ਸੀ ਕਰਪਟ ਜਿੰਨਾ ਹੁਣ। ਸੰਪੈ ਪੂਰਬ ਲਿਖੇ ਕੀ ਪਾਈਐ। ਸੰਪत्ति ਦਾ ਪੂਰਬ ਲਿਖੇ ਦੀ ਪਾਈ ਨਹੀਂ। ਪੂਰਬ ਕੀ ਹੈ? ਲਿਖਿਆ ਕੀ ਹੁੰਦਾ? ਪਹਿਲਾਂ ਦਰਗਾਹ ਜੋ ਫਰਮਾਨ ਹੁੰਦਾ, ਬਾਅਦ ਚ ਮਿਲਦੀ ਹੈ। ਪਹਿਲਾਂ ਚੈੱਕ ਉੱਥੋਂ ਮਨਜ਼ੂਰੀ ਹੁੰਦੀ ਹੈ। ਕਿਹਨੂੰ? ਕਿਸੇ ਦੇ ਅੰਦਰ ਦਇਆ ਆਈ ਵੀ ਮੰਗਤਾ ਉਹਦੇ ਨੂੰ ਦੇ ਦੀ। ਉਹ ਦੂਰੋਂ ਹੀ ਸੁਣਿਆ, ਕਹਿੰਦਾ ਵੀ ਇਹਨੂੰ ਦਈਏ। ਪੂਰਬ ਲਿਖਿਆ ਗਿਆ ਨਾ। ਉਹ ਜਦੋਂ ਘਰ ਪਿਛਿਆ, ਉਹ ਪਹਿਲਾਂ ਤਿਆਰ ਹੋ ਗਿਆ ਦੇਣ। ਇੰਨਾ ਹੀ ਪੂਰਬ ਹੈ। ਪਹਿਲਾਂ ਦਰਗਾਹ ਜੋ ਮਨਜ਼ੂਰੀ ਮਿਲਦੀ ਹੈ ਤਾਂ ਸਭ ਕੁਝ ਮਿਲਦੀ ਹੈ। ਮਿਲਦੀ ਬਾਅਦ ਚ, ਮਨਜ਼ੂਰੀ ਪਹਿਲਾਂ ਹੁੰਦੀ ਹੈ।
ਤੇ ਜਿਹਨੇ ਪੈਦਾ ਕੀਤਾ ਉਹਨੂੰ ਚਿੰਤਾ ਕੋਈ ਨਹੀਂ ਹੈ। ਕੋਈ ਇੱਕ ਗੱਲ ਦਾ ਤਾਂ ਭਰੋਸਾ ਦੱਸੋ, ਕਿਹੜੀ ਦਾ ਤੁਹਾਨੂੰ ਸਿੱਖਾਂ ਨੂੰ? ਕਿਹੜੀ ਗੱਲ, ਕਿਹੜੀ ਪੰਕਤੀ ਦੇ ਭਰੋਸਾ ਸਿੱਖਾਂ ਨੂੰ? ਇੱਕ ਪੰਕਤੀ ਦੱਸਣ, ਇੱਕ ਪੰਕਤੀ ਦੇ ਭਰੋਸਾ ਕਰ ਲੈਣ, ਸਿੱਖ ਬਣ ਜਾਣਗੇ ਸਾਰੇ। ਕੋਈ ਆਦਮੀ, ਇੱਕ ਆਦਮੀ ਇੱਕ ਪੰਕਤੀ ਦੇ ਭਰੋਸਾ ਕਰੇ, ਸਿੱਖ ਸਾਰੀ ਸਿੱਖੀ ਆ ਜੋ ਉਹਦੇ ਅੰਦਰ ਇੱਕ ਪੰਕਤੀ ਦੇ ਸਿਰ ਭਰੋਸਾ ਕਰੇ ਤੇ ਪੂਰੀ ਦੀ ਪੂਰੀ ਸਿੱਖੀ ਆ। ਕੋਈ ਇੱਕ ਪੰਕਤੀ ਨਾਲ ਸਾਰੀ ਸਿੱਖੀ ਰਿਲੇਟਡ ਹੈ। ਇੱਕ ਮਣਕਾ ਫੜ ਲਓ, ਕਿਤੋਂ ਫੜ ਲਓ, ਮਾਲਾ ਉਹਦੇ ਨਾਲ ਹੀ ਆਊ ਸਾਰੀ। ਉਹ ਇਹ ਮਾਲਾ ਹੈ, ਕਿਤੋਂ ਫੜ ਲਓ ਇੱਕ ਮਣਕਾ, ਮਾਲਾ ਚਾਹੇ 1000 ਕਿਲੋਮੀਟਰ ਲੰਬੀ ਹੈ, ਸਾਰੀ ਮਾਲਾ ਨਾਲ ਹੀ ਆਊ। ਕਹਿੰਦੇ ਤਾਂ ਮਾਲਾ ਪਰੋਈ ਪਈ ਹੈ। ਤੁਸੀਂ ਇੱਕ ਪੰਕਤੀ ਮੰਨ ਕੇ ਦਿਖਾਓ, ਕਿਹੜੀ ਬੰਦੀ ਸਾਰੀ ਉਹ ਸਿੱਖੀ ਉਹਦੇ ਨਾਲ ਰਿਲੇਟਡ। ਦੂਈ ਗੱਲ, ਦੂਈ ਨਾਲ ਤੀਹ ਗੱਲ, ਤੀਹ ਨਾਲ ਸਾਰੀਆਂ ਗੱਲਾਂ ਇੱਕ ਦੂਜੇ 'ਚ ਇਸ ਤਰੀਕੇ ਨਾਲ ਰਿਲੇਟਡ ਨੇ। ਜਿਵੇਂ ਇੱਕ ਮਕਾਨ ਬਣਿਆ ਹੋਇਆ, ਬਹੁਤ ਬੜਾ ਕਿਲ੍ਹਾ ਬਣਿਆ, ਇੱਕ ਇੱਟ ਫੜ ਲਓ, ਸਾਰਾ ਮਕਾਨ ਨਾਲੇ ਹੈ। ਸਾਰਾ ਨਾਲ ਹੀ ਜੁੜਿਆ ਹੋਇਆ ਸਾਰਾ ਕੁਛ। ਸੰਪੈ ਕਾਰਨ ਚਾਕਰ ਚੋਰ। ਸੰਪਤੀ ਖਾਤਰ ਕੀ ਕਰਦੇ ਨੇ? ਚਾਕਰੀ ਕਰਦੇ ਨੇ, ਨੌਕਰੀ ਚੋਰੀ ਕਰਦੇ ਨੇ, ਕਰਦੇ ਨੇ। ਉਹ ਵੀ ਪੂਰਬ ਲਿਖਦੇ ਮਿਲਦਾ। ਦਿਹਾੜੀਆਂ ਦਿਹਾੜੀ ਕਰ ਜਾਂਦਾ, ਵਿਚਾਰਾ ਖਾਲੀ ਆ ਜਾਂਦਾ। ਪਤਾ ਸੀਗਾ ਮਿਲੂ ਕਿ ਨਹੀਂ ਮਿਲੂ। ਕਈ ਵਾਰ ਘਰ ਆ ਜਾਂਦਾ ਅਗਲਾ ਲੈਣ, ਯਾਰ ਵਿਹਲਾ ਕਹਿੰਦਾ, ਹਾਂ ਵਿਹਲਾ ਹੀ ਆ, ਚੱਲ ਯਾਰ ਸਾਡਾ ਤਾਂ ਕੰਮ ਖੜਾ। ਉਹਨੂੰ ਪਤਾ ਵੀ ਨਹੀਂ ਹੈ। ਕਹਿੰਦਾ ਨਹੀਂ ਮੇਰੀ ਤਾਂ ਤਬੀਅਤ ਠੀਕ ਨਹੀਂ। ਨਹੀਂ ਨਹੀਂ ਯਾਰ ਕੋਈ ਨਹੀਂ, ਤਬੀਅਤ ਠੀਕ ਨਹੀਂ, ਇੱਕ ਵਾਰ ਚਾਹ ਹੋਰ ਪਿਲਾ ਦਾਂਗੇ ਤੈਨੂੰ। ਦੇਖੋ ਧੱਕੇ ਨਾਲ ਜਾਓ ਨਾ, ਦੇਣਾ ਤੁਹਾਨੂੰ ਧੱਕੇ ਨਾਲ ਦੇ ਦੇਣਾ, ਨਹੀਂ ਦੇਣਾ ਤਾਂ ਤੁਸੀਂ ਕੋਸ਼ਿਸ਼ ਕਰੇ ਤਾਂ ਕੀ ਮਿਲਣਾ? ਕੁਛ ਨਹੀਂ ਮਿਲਣਾ। ਚਾਕਰ ਚੋਰ, ਚੋਰ ਚੋਰੀ ਕਰਨ ਜਾਂਦਾ, ਉੱਥੇ ਮਾਰਿਆ ਜਾਂਦਾ, ਫੜਿਆ ਜਾਂਦਾ। ਚੋਰ ਚੋਰੀ ਕਰਨ ਦੀ ਨੀਅਤ ਨਾਲ ਨਹੀਂ ਜਾਂਦਾ, ਦੇਖਦਾ ਘਰ ਖੁੱਲ੍ਹਾ, ਅੰਦਰ ਵੜਦਾ, ਜਦ ਇਹਨੂੰ ਕੁਛ ਮਿਲ ਜਾਂਦਾ ਚੁੱਪ ਕਰਕੇ ਲੈ ਕੇ ਕੁੜਤਾ ਲਾ ਕੇ ਤੁਰ ਪੈਂਦਾ। ਦੇਖਿਆ ਉਹ ਤਾਂ 10,000 ਰੁਪਈਆ ਸੀ। ਸਲਾਹ ਨਹੀਂ ਸੀ ਚੋਰੀ ਕਰਨ ਦੀ, ਪਤਾ ਹੀ ਨਹੀਂ ਸੀ। ਉਹੀ ਵੜ ਗਿਆ ਭੁਗਤਾ ਬਣ ਕੇ। ਦੇਖਿਆ ਵੀ ਘਰ ਕੋਈ ਹੈ ਨਹੀਂ, ਕਬੀਰ ਲਾਇਆ ਸੀ, ਉਹੀ ਚੱਕ ਲਿਆ। ਕਿਸੇ ਨੇ ਦੇਖਿਆ ਨਹੀਂ, ਦੇਖਿਆ ਤਾਂ ਉਹਦੇ ਬੜੂਆ ਸੀ ਕੁਦਰਤ। ਚਾਕਰ ਔਰ ਚੋਰ ਸੰਪਤੀ ਵਾਸਤੇ ਬਣਦੇ ਨੇ, ਪਰ ਹੈ ਕਿ ਸੰਪੇ ਸਾਥ, ਸੰਪੈ ਸਾਥ ਨਾ ਚੱਲੇ ਹੋਰ, ਨਾ ਚੱਲੇ ਹੋਰ। ਨਾ ਸੰਪਤੀ ਨਾਲ ਜਾਣੀ ਹੈ, ਨਾ ਹੋਰ ਕੁਛ ਨਾਲ ਜਾਣਾ, ਕੁਛ ਵੀ ਨਹੀਂ ਨਾਲ। ਸੰਪਤੀ ਵੀ ਇੱਥੇ ਰਹਿ ਜਾਣੀ ਹੈ, ਤੇ ਹੋਰ ਸਾਰਾ ਸਮਾਨ ਵੀ ਇੱਥੇ ਰਹਿ ਜਾਣਾ, ਪੈਸਾ ਵੀ ਇੱਥੇ ਰਹਿ ਜਾਣਾ, ਬਾਕੀ ਹੋਰ ਵੀ ਕੁਛ ਨਹੀਂ ਜਾਣਾ। ਸਰੀਰ ਜਿਹਦੇ ਖਾਤਰ ਕਰਦਾ ਇਹ ਵੀ ਨਹੀਂ ਜਾਣਾ ਨਾਲ। ਸਭ ਕੁਛ ਜੋ ਹੋਰ ਹੈ ਉਹ ਵੀ ਨਹੀਂ ਜਾਣਾ, ਪੈਸਾ ਤੇ ਜਾਣਾ ਹੀ। ਜਿਹਦੇ ਖਾਤਰ ਤੂੰ ਚਾਕਰ ਔਰ ਚੋਰ ਬਣਿਆ ਹੋਇਆ, ਇਹ ਤਾਂ ਇਹ ਜਿਹੜਾ ਚਾਕਰੀ ਔਰ ਚੋਰੀ ਕਰਕੇ ਬਣਾ ਲਿਆ ਸੌਦਾ, ਉਹ ਨਹੀਂ ਜਾਣਦਾ। ਬਿਨ ਸਾਚੇ ਨਹੀਂ ਦਰਗਹਿ ਮਾਨ। ਹਰ ਰਸ ਪੀਵੈ ਛੁਟੈ ਨਿਦਾਨ। ਸੱਚੇ ਤੇ ਬਿਨ ਸਾਚਾ ਕੌਣ ਹੈ? ਉਹਨੇ ਤੇ ਸਾਚਾ ਲਫ਼ਜ਼ ਵਰਤਿਆ, ਸੱਚ ਨਹੀਂ ਵਰਤਿਆ, ਸਾਚਾ ਵਰਤਿਆ। ਸਾਚਾ ਕੌਣ? ਸਾਚਾ ਕਿਹਦੇ ਵਾਸਤੇ ਵਰਤਿਆ? ਜੇ ਮਨ ਸਾਚਾ ਨਹੀਂ ਹੈ, ਜੇ ਤੇਰਾ ਮਨ ਨਹੀਂ ਸਾਚਾ, ਦਰਗਾਹ ਤੇਰਾ ਮਨ ਨਹੀਂ। ਜੇ ਮਨ ਝੂਠਾ ਹੈ ਤੇਰਾ ਫਿਰ ਮਨ ਨਹੀਂ। कहना यार इन्हें मन के विचार गल्लां ना ठीक ने, मन के विच नहीं है, मन कपट है, मन दी ना खोट मन के विच है। जिन्ना चਿਰ अंदरों कूड़ की कंध ढह नहीं जाती ना, गुरबाणी कूड़ की कंध ढा रही है अंदरों। जिहड़ी कूड़ की कंध है ना,
ਬਹੁਤ ਮਜ਼ਬੂਤ ਬਣੀ ਹੋਈ ਹੈ ਕੋਟ ਦੀ ਕੰਧ। ਜੇ ਇੰਨੀਆਂ ਸੱਟਾਂ ਨਾ ਵੱਜਣ ਕੋਟ ਦੀ ਕੰਧ ਨਹੀਂ ਢਹਿੰਦੀ ਨਹੀਂ, ਢਹਿੰਦੀ ਨਹੀਂ। ਇਹ ਸੱਟਾਂ ਕੋਟ ਦੀ ਕੰਧ ਢਾਉਣ ਵਾਸਤੇ ਨੇ। ਜੇ ਕਿਸੇ ਦੀ ਢਹਿ ਜਵੇ ਤਾਂ, ਪਰ ਜਿਨ੍ਹਾਂ ਦੀ ਨਹੀਂ ਢਹਿਣੀ ਨਾ, ਉਹਨਾਂ ਖਾਤਰ ਗੁਰਬਾਣੀ ਭਗਤ ਕਬੀਰ ਜੀ ਕੀ ਕਹਿੰਦੇ ਨੇ, ਸਤਿਗੁਰ ਪੂਰਾ ਕਿਆ ਕਰੇ ਜੇ ਸਿੱਖਣ ਵਿੱਚ ਚੂਕ। ਸਤ